ਵਿਸਾਖੀ ਖੇੜੇ ਦੀ ਪ੍ਰਤੀਕ ਹੈ। ਵਿਸਾਖੀ ਹਰਿਆਵਲ ਦੀ ਪ੍ਰਤੀਕ ਹੈ। ਵਿਸਾਖੀ ਜਦੋਂ ਆਉਂਦੀ ਹੈ ਦਰਖਤਾਂ ਦੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੈ, ਖੇੜਾ ਹੀ ਖੇੜਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ, ਐ ਦੁਨੀਆ ਦੇ ਲੋਕੋ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰਾਂ ਵਿੱਚ ਵਿਸਾਖੀ ਵਾਲਾ ਖੇੜਾ ਆ ਜਾਏ, ਵਿਸਾਖੀ ਵਾਲੀ ਹਰਿਆਵਲ ਆ ਜਾਏ, ਬਹਾਰ ਆ ਜਾਏ, ਤੇ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਆਪਣੇ ਘਰਾਂ ਨੂੰ ਧਰਮਸ਼ਾਲ ਬਣਾਓ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ। ਵਸੋਵਾ ਕਹਿੰਦੇ ਨੇ ਸਦਾ ਹੀ ਵਿਸਾਖੀ ਵਾਲਾ ਖੇੜਾ ਤੁਹਾਡੇ ਘਰਾਂ ਵਿੱਚ ਬਣਿਆ ਰਹੇਗਾ। ਜਿਸ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਹਰਿਦੁਆਰ ਜਾ ਕੇ ਅਗਿਆਨਤਾ ਦੀ ਉਣੀਂਦਰ ਵਿੱਚ ਸੁੱਤੀ ਹੋਈ ਲੋਕਾਈ ਨੂੰ ਟੁੰਬ ਕੇ ਜਗਾਇਆ ਸੀ, ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਗੁਰੂ ਬਾਬਾ ਜੀ ਨੇ ਕਿਹਾ ਸੀ, ਐ ਦੁਨੀਆ ਦੇ ਲੋਕੋ, ਇੱਥੋਂ ਤੁਹਾਡੀ ਭੇਜੀ ਹੋਈ ਚੀਜ਼ ਕੋਈ ਪਿੱਤਰ ਲੋਕ ਵਿੱਚ ਨਹੀਂ ਪਹੁੰਚਦੀ। ਜਿਉਂਦੇ ਮਾਂ ਬਾਪ ਦੀ ਸੇਵਾ ਕਰੋ, ਜਿਉਂਦੇ ਦਾਦੀ ਦਾਦੇ ਦੀ ਸੇਵਾ ਕਰੋ। ਬਸ ਅਗਿਆਨਤਾ ਦੀ ਉਣੀਂਦਰ ਵਿੱਚ ਸੁੱਤੇ ਹੋਏ ਲੋਕਾਂ ਨੂੰ ਗੁਰੂ ਬਾਬਾ ਜੀ ਨੇ ਟੁੰਬ ਟੁੰਬ ਕੇ ਜਗਾਇਆ ਵਿਸਾਖੀ ਵਾਲੇ ਦਿਨ। ਜਿਸ ਦਿਨ ਬੌਲੀ ਸਾਹਿਬ ਦਾ ਕੜ ਟੁੱਟਾ ਗੋਇੰਦਵਾਲ ਸਾਹਿਬ, ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਲਾ ਪ੍ਰੀਤਮ ਜੀ ਨੇ ਇੱਕ ਬਚਨ ਕੀਤਾ, ਬਾਬਾ ਬਕਾਲੇ ਤੇ ਜੋਤੀ ਜੋਤ ਸਮਾ ਗਏ। ਜਿਸ ਦਿਨ ਭਾਈ ਮੱਖਣ ਸ਼ਾਹ ਲਵਾਣਾ ਜੀ ਨੇ ਚੁਬਾਰੇ ਤੇ ਚੜ ਕੇ ਪੱਲੂ ਫੇਰ ਫੇਰ ਕੇ ਕਿਹਾ ਸੀ, ਸੁਣੋ ਲੋਕਾ ਮੈਂ ਸਤਿਗੁਰੂ ਲਾਦਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਇਤਿਹਾਸ ਕਹਿੰਦਾ ਹੈ ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਪਰ ਜਿਸ ਸੰਬੰਧ ਵਿੱਚ ਤੁਹਾਡੇ ਨਗਰ ਵਿੱਚ ਦੀਵਾਨ ਸਜਾਏ ਗਏ ਹਨ, ਇਸ ਵਿਸਾਖੀ ਦਾ ਸੰਬੰਧ ਖਾਲਸਾ ਜੀ ਦੇ ਸਾਜਨਾ ਦਿਵਸ ਨਾਲ ਹੈ। ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਸਾਧ ਸੰਗਤ, ਜਿਸ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚਾਂਦਨੀ ਚੌਕ ਸ਼ਹੀਦ ਕੀਤਾ ਗਿਆ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਧੜ ਨਾਲੋਂ ਸੀਸ ਵੱਖ ਹੋ ਗਿਆ। ਹਜ਼ੂਰ ਦਾ ਪਵਿੱਤਰ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਇੱਕ ਪਾਸੇ ਡਿੱਗ ਪਿਆ, ਹਜ਼ੂਰ ਦਾ ਪਵਿੱਤਰ ਧੜ ਇੱਕ ਪਾਸੇ ਡਿੱਗ ਪਿਆ। ਉਸੇ ਵੇਲੇ ਹੀ ਖਾਲਸਾ ਪੰਥ ਦੀ ਸਾਜਨਾ ਦਾ ਮੁੱਢ ਵੱਜ ਗਿਆ। ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਅੰਮ੍ਰਿਤ ਪਾਨ ਕਰਕੇ ਭਾਈ ਜੀਵਨ ਸਿੰਘ ਜੀ ਬਣੇ ਔਰ ਚਮਕੌਰ ਸਾਹਿਬ ਦੇ ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਆਏ। ਲਹੂ ਦੇ ਨਾਲ ਭਿੱਜਾ ਹੋਇਆ ਮਹਾਰਾਜ ਦਾ ਪਵਿੱਤਰ ਦਾੜਾ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਝੋਲੀ ਵਿੱਚ ਜਦੋਂ ਸੀਸ ਪਾਇਆ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਚੰਦਨ ਦੀ ਇੱਕ ਚੌਂਕੀ ਮੰਗਾਈ, ਉੱਪਰ ਇੱਕ ਸਫੇਦ ਚਾਦਰ ਵਿਛਾਈ। ਸੱਚੇ ਪਾਤਸ਼ਾਹ ਮਹਾਰਾਜ ਨੇ
श्री गुरु तेग बहादुर साहब जी महाराज का पवित्र सीस उपर टकाया। माता गुजरी जी ने जिस वेले अपना सीस श्री गुरु तेग बहादुर साहब जी महाराज के पवित्र सीस नाल मिलाया, सीस नाल सीस ला के अरदास कीती, पातशाह हे मेरे मालका, तेरी निभ गई है, मेरी भी निभ जाए। उस वेले संगत बड़ी वैरागी हो गई। श्री गुरु गोबिंद सिंह महाराज सच्चे पातशाह ने संगतां नूं हौसला देंदे हुए आख्या, ऐ गुरु नानक सिखो, ये क्रोधन करन दा वेला नहीं है, ये कोई विरलाप करन दा वेला नहीं है। जिस मकसद वास्ते शहीदी हुई है, जिस मकसद वास्ते कुर्बानी हुई है, उस मकसद नूं पूरा करन वास्ते सानू कोई विਉਂਤ बनानी चाहिए है, कोई बन नूं बनना चाहिए है। उस वेले दे 4 लफज सरदार चन्नन सिंह जी चमन हरगोबिंदपुरी जी ने इस तरह कह लो भी गुरु गोबिंद सिंह महाराज कहते ने भी एक कवि की रचना विच 9 रस हुंदे ने ते धन गुरु ग्रंथ साहब जी महाराज ने कृपा करके सच्चे पातशाह ने उन्हां दे बोलां विच बड़ी बरकत पाई है। श्री गुरु तेग बहादुर साहब जी का सीस आनंदपुर साहब आ गया। खालसा पंथ के साजन का धन श्री गुरु गोबिंद सिंह जी महाराज ने ऐलान कर दिता। उस वेले दियां 4 सतरां सरदार चन्नन सिंह जी चमन जी ने बड़े प्यार दे नाल कलमबंद कीतियां ने। वो बड़े प्यार दे नाल लिखते ने, कहंदे ने, हर एक बंदा पावें, हर एक बंदा पावें, हो रहा बेहाल सी, निके जे गोबिंद उत्ते वखरा जलाल सी। हंजुआं दी थावें ओदे, हंजुआं दी थावें ओदे, नैना विच खून सी, दिल विच कोई इनक लाबी मजमून सी। पत्थे विच विस कोली, पत्थे विच विस कोली, ओदे हर तीर ने आकड़ां भी भन्नियां सी, ओदी शमशीर ने आकड़ां भी भन्नियां सी, ओदी शमशीर ने। लालो लाल हो रहा सी मुखड़ा हजूर दा, सोचदा गोबिंद सी ख्याल कोई दूर दा। चुप दी जुबान विच दिल है सी बोलदा, आउण वाले समय वाले भेत है सी खोलदा। माता गुजरी जी दे मोढे तो फड़ के धन गुरु गोबिंद सिंह जी महाराज कहते ने, अम्मीए नहीं होया कीजे, अम्मीए नहीं होया कीजे, पंध मेरा दूर दा, बेटा मुल पाओ दिल्ली डुले होए खून दा। खून ना शहीदां दा अजाई कदे जांदा ए, ज़ालमां दे राज ताईं एहो लांबू लाउंदा ए। एक मती दास गया आरे नाल चीरिया, सैकड़े हजारां होर मती दास जीरिया। मुगलां दे इन्हां नूं
ਸਾਧ ਸੰਗਤ ਬੜੇ ਗੌਰ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਸਰਵਣ ਕਰੋ। ਜਿਵੇਂ ਖਾਲਸਾ ਪੰਥ ਦਾ ਮੁੱਢ ਬੱਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਹਜ਼ੂਰ ਕਹਿੰਦੇ ਨੇ, ਮੁਗਲਾਂ ਦੇ ਇਹਨਾਂ ਨੂੰ ਜਵਾਤਰੇ ਬਣਾਵਾਂਗਾ, ਜੰਜੂਆਂ ਦੀ ਥਾਵੇਂ ਹੁਣ ਗਾਤਰੇ ਪਵਾਵਾਂਗਾ। ਚਾਂਦਨੀ ਦੇ ਚੌਂਕ ਵਿੱਚ ਡੋਲੀ ਜਿਹੜੀ ਰਾਤ ਏ, ਇਸੇ ਨਾਲ ਖੇਲਣੀ ਸ਼ਹਾਦਤਾਂ ਦੀ ਹੋਲੀ ਹੈ। ਚਾਂਦਨੀ ਦੇ ਚੌਂਕ ਵਿੱਚ ਰਾਤ ਜਿਹੜੀ ਡੋਲੀ ਹੈ, ਇਸੇ ਨਾਲ ਖੇਲਣੀ ਸ਼ਹਾਦਤਾਂ ਦੀ ਹੋਲੀ ਹੈ। ਹੋਣਗੀਆਂ ਸਿੱਖੀ ਦੀਆਂ ਮੰਜ਼ਲਾਂ ਨਿਆਰੀਆਂ, ਬਹੁਤ ਛੇਤੀ ਜਾਣਗੀਆਂ ਭਾਜੀਆਂ ਉਤਾਰੀਆਂ। ਅਣਖਾਂ ਨੇ ਏਦਾਂ ਸਦਾ ਨੀਵੀਆਂ ਨੀ ਪਾਉਣੀਆਂ, ਸ਼ਾਂਤੀ ਦੀ ਕੁੱਖ ਚੋਂ ਹਨੇਰੀਆਂ ਵੀ ਆਉਣੀਆਂ। ਡੋਲੀ ਜਿਹੜੀ ਰਾਤ ਇੱਕ ਰੰਗ ਉਹ ਲਿਆਏਗੀ, ਸਿੱਖੀ ਦੇ ਚਮਨ 'ਚ ਬਹਾਰ ਫੇਰ ਆਏਗੀ, ਬਹਾਰ ਫੇਰ ਆਏਗੀ। ਭਾਈ ਜੈਤੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀ, ਭਾਈ ਜੈਤਿਆ ਇਹ ਦੱਸ ਵੀ ਜਦੋਂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਸਿੱਖ ਉਸ ਵੇਲੇ ਕਿੰਨੇ ਕੁ ਭੜਕ ਪਏ? ਭਾਈ ਜੈਤਾ ਜੀ ਕਹਿਣ ਲੱਗੇ, ਮਹਾਰਾਜ ਸਿੱਖ ਤੇ ਉੱਥੇ ਬਹੁਤ ਸਨ, ਪਰ ਕਿਸੇ ਨੇ ਵੀ ਅੱਗੇ ਹੋ ਕੇ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਭਾਈ ਜੈਤਾ ਜੀ ਕਹਿਣ ਲੱਗੇ, ਮਹਾਰਾਜ ਔਰੰਗਜ਼ੇਬ ਨੇ ਢੰਡੋਰਾ ਵੀ ਪਿੱਟਿਆ ਸੀ, ਪਰ ਦਿੱਲੀ ਦੇ ਖਲੋਤੇ ਹੋਏ ਸਿੱਖਾਂ ਨੇ ਕਿਸੇ ਨੇ ਆਪਣੇ ਆਪ ਨੂੰ ਪ੍ਰਗਟ ਨਾ ਕੀਤਾ। ਉਸ ਵੇਲੇ ਹਿੰਦੂਆਂ ਦੇ ਵੀ ਕੇਸ ਸਨ, ਹਿੰਦੂ ਭਰਾਵਾਂ ਦੀਆਂ ਵੀ ਦਾੜੀਆਂ ਸਨ। ਇਹ ਤੇ ਫਰਖਸ਼ੀਅਰ ਬਾਦਸ਼ਾਹ ਨੇ ਦਿੱਲੀ ਤੋਂ ਫਰਮਾਨ ਜਾਰੀ ਕੀਤਾ ਕਿ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਜਾਏ, ਹਿੰਦੂ ਦਾੜੀਆਂ ਅਤੇ ਕੇਸ ਮਨਾ ਲੈਣ। ਜੇ ਕੋਈ ਹਿੰਦੂ ਦਾੜੀ ਅਤੇ ਕੇਸ ਮਨਾਉਣ ਤੋਂ ਇਨਕਾਰ ਕਰਦਾ, ਉਹਨੂੰ ਸਿੱਖ ਸਮਝ ਕੇ ਕਤਲ ਕਰ ਦਿੱਤਾ ਜਾਏ। ਗਿਆਨੀ ਸੋਹਣ ਸਿੰਘ ਜੀ ਸੀਤਲ ਲਿਖਦੇ ਨੇ, ਭਾਈ ਵੀਰ ਸਿੰਘ ਜੀ ਵੀ ਲਿਖਦੇ ਨੇ ਵੀ ਹਿੰਦੂਆਂ ਨੇ ਤੇ ਦਾੜਾ ਕੇਸ ਕਟਾ ਕੇ ਦਿਨ ਕੱਟੀ ਕਰ ਲਈ, ਪਰ ਖਾਲਸਾ ਪੰਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਫਿਰ ਇਸ ਸਿੱਖੀ ਸਰੂਪ ਨੂੰ ਬਚਾਉਣ ਦੀ ਖਾਤਰ ਕੁਝ ਪਹਾੜਾਂ ਤੇ ਚੜ ਗਏ, ਕੁਝ ਰਾਜਸਥਾਨ ਦੇ ਮਾਰੂਥਲਾਂ ਵਿੱਚ ਚਲੇ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕਰਨ ਵੇਲੇ ਕਹਿ ਦਿੱਤਾ ਸੀ, ਪੈਜ ਭਾਈ ਜੈਤਿਆ ਇਸ ਬਿਦ ਕੋ ਅਬ ਪੰਥ ਬਣਾਉ, सकल जगत में बहु विदता हूं, लाखों नर जग के एक थाए, तिन में मिले एक सिख जाए, सब मैं पर तख पछाण्यो परै, रलै न कहूं कैसे करै। भाई जैतिया दुनिया दे लखां लोग खलोते होए होणगे, मेरा एक भी सिख जाके विच खड़ा हो जाएगा, भाई जैता जी वो पछाणिया जाएगा ये गुरु का सिख है। जथा बकण में हंस ना छिपै, भाई जैत्या जिवें बगलियां विच हंस पछाणिया जाता है, गिरियां विख्या मोर जिमदी पै, जिवें पहाड़ां ते मोर चमका मारदा है, ज्यों खरगण में बड़ी तरंग, जिवें खोतियां विच घोड़ा पछाणिया जाता है, जथा मिरगण में किहर अंग, जिवें बाकी जानवरां विच बब्बर शेर पछाणिया जाता है,
ਤਿਮ ਨਾਨਾ ਭੇਖਣ ਕੇ ਮਾਹੇ, ਇਹੋ ਜਿਹਾ ਭੇਖ ਦਿਆਂਗਾ, ਇਹੋ ਜਿਹਾ ਲਿਬਾਸ ਦਿਆਂਗਾ। ਤਿਮ ਨਾਨਾ ਭੇਖਣ ਕੇ ਮਾਹੇ, ਮਮ ਸੇਖੋ ਸਗਲੇ ਪਰਖਾਹੇ। ਮੇਰਾ ਸਿੱਖ ਇਸ ਤਰ੍ਹਾਂ ਪਛਾਣਿਆ ਜਾਇਆ ਕਰੇਗਾ। ਸਾਧ ਸੰਗਤ 1699 ਦੀ ਵਿਸਾਖੀ ਆਈ। ਇਤਿਹਾਸ ਕਹਿੰਦਾ ਹੈ 6 ਮਹੀਨੇ ਪਹਿਲਾਂ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰੀ ਆਰੰਭ ਦਿੱਤੀ। ਜਿੱਥੇ ਜਿੱਥੇ ਕੋਈ ਸਿੱਖ ਰਹਿੰਦਾ ਸੀ ਉਹਨਾਂ ਨੂੰ ਹੁਕਮਨਾਮੇ ਭੇਜੇ। ਐਤਕਾਂ ਦੀ ਵਿਸਾਖੀ ਆਨੰਦਪੁਰ ਸਾਹਿਬ ਉਚੇਚੇ ਤੌਰ ਤੇ ਮਨਾਈ ਜਾਏਗੀ। ਸਾਰੇ ਸਿੱਖ ਹੁਮ ਹਮਾ ਕੇ ਆਨੰਦਪੁਰ ਸਾਹਿਬ ਆ। ਇਤਿਹਾਸ ਕਹਿੰਦਾ ਹੈ ਜਿਸ ਨੇ ਨਹੀਂ ਵੀ ਸੀ ਆਨੰਦਪੁਰ ਸਾਹਿਬ ਆਉਣਾ, ਵਿਸਾਖੀ ਵੇਖਣ ਆਉਣਾ, ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਉਹ ਵੀ ਆਨੰਦਪੁਰ ਸਾਹਿਬ ਆ ਗਿਆ। ਗੁਰੂ ਜੀ ਨੇ 4 ਗੇਟ ਪੰਡਾਲ ਦੇ ਬਣਾਏ। ਮੁੱਖ ਦਰਵਾਜ਼ੇ ਤੇ ਲਿਖਵਾਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੇ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਦੂਸਰੇ ਗੇਟ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਵਾਇਆ ਸੀ, ਹਉ ਕਾਟੋਂ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ। ਤੀਸਰੇ ਗੇਟ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਵਾਇਆ ਸੀ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾੜਾ ਖੇਤ। ਚੌਥੇ ਗੇਟ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਵਾਇਆ ਸੀ, ਐਸਾ ਸਤਿਗੁਰੂ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਸਟੇਜ ਤੇ ਕੀਰਤਨ ਹੋਇਆ। ਸੰਗਤ ਸੋਚਦੀ ਹੈ ਵੀ ਬੁਲਾਇਆ ਵੀ ਉਚੇਚੇ ਤੌਰ ਤੇ ਹੈ, ਗੁਰੂ ਜੀ ਦੇ ਦੀਦਾਰ ਵੀ ਨਹੀਂ ਹੋ ਰਹੇ, ਇਹ ਕੀ ਘਟਨਾ ਹੈ? ਇਤਿਹਾਸ ਕਹਿੰਦਾ ਵੀ ਓਨੀ ਦੇਰ ਨੂੰ ਸਟੇਜ ਦਾ ਪਿਛਲਾ ਪਰਦਾ ਹਿੱਲਿਆ। ਅਸਮਾਨੀ ਬਿਜਲੀ ਦੀ ਤੇਜ਼ੀ ਵਾਂਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਏ। ਹੱਥ ਵਿੱਚ ਲਿਸ਼ਕਦੀ ਚਮਕਦੀ ਦਮਕਦੀ ਹੋਈ ਸ੍ਰੀ ਸਾਹਿਬ ਪਕੜੀ ਹੋਈ। ਮਹਾਰਾਜ ਨੇ ਸੱਜੇ ਦੇਖਿਆ, ਖੱਬੇ ਦੇਖਿਆ, ਸਾਹਮਣੇ ਦੇਖਿਆ ਤੇ ਬੜੀ ਜੋਸ਼ ਭਰੀ ਆਵਾਜ਼ ਵਿੱਚ ਕਹਿੰਦੇ ਨੇ, ਅੱਜ ਮੈਨੂੰ ਇੱਕ ਪਿਆਰੇ ਸਿੱਖ ਦੇ ਸਿਰ ਦੀ ਲੋੜ ਹੈ। ਯਾਦ ਰੱਖੋ ਸਾਧ ਸੰਗਤ, ਗੁਰੂ ਜੀ ਦੇ ਪਾਵਨ ਬਚਨ ਇਸ ਰਮਜ ਨੂੰ ਕੇਵਲ ਇੱਕ ਸਿੱਖ ਹੀ ਸਮਝ ਸਕਿਆ। ਗੁਰੂ ਜੀ ਨੇ ਇਹ ਨਹੀਂ ਕਿਹਾ ਵੀ ਮੈਨੂੰ ਵੀ ਇੱਕ ਸਿੱਖ ਦੇ ਸਿਰ ਦੀ ਲੋੜ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਖਾਲਸਾ ਜੀ ਯਾਦ ਰੱਖੋ, ਸਿੱਖਾਂ ਵਾਸਤੇ ਖਾਲਸਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਸੀ। ਜਦੋਂ 19 ਸਾਲ ਦੀ ਉਮਰ ਵਿੱਚ 26 ਰਾਜੇ ਚੜ ਕੇ ਆਏ ਸਨ, 26 ਰਾਜਿਆਂ ਦੀ ਹਾਰ ਹੋਈ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੱਤ ਹੋਈ ਸੀ। ਵਧਾਈਆਂ ਮਿਲੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਮੈਨੂੰ ਅੱਜ ਇੱਕ ਪਿਆਰੇ ਸਿੱਖ ਦੇ ਸਿਰ ਦੀ ਲੋੜ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਸਾਧ ਸੰਗਤ, ਜਿਹੜਾ ਮਹਾਰਾਜ ਦੀ ਬਾਣੀ ਚ ਆਉਂਦਾ ਨਾ ਪਾਵਨ ਬਚਨ, ਕੋਟ ਮਧੇ ਕੋ ਬਿਰਲਾ ਸੇਵਕ, ਕਰੋੜਾਂ ਵਿੱਚੋਂ ਇੱਕ ਦਾ ਕੋਈ ਸੇਵਕ ਹੁੰਦਾ ਰੱਬ ਦਾ ਜਾਂ ਗੁਰੂ ਦਾ। ਬਹੁਤੇ ਵਿਹਾਰਾਂ ਕਰਕੇ ਆਉਂਦੇ ਹਨ, ਵਪਾਰੀ ਲੋਕ ਆਉਂਦੇ ਹਨ, ਮਹਾਰਾਜ ਤੂੰ ਸਾਡਾ ਇਹ ਕਾਰਜ ਕਰ ਦੇ, ਅਸੀਂ ਤੇਰਾ ਇਹ ਕਾਰਜ ਕਰਦੇ ਹਾਂ। ਬਹੁਤੇ ਆਪਾਂ ਸੌਦਾ ਕਰਨ ਆਉਂਦੇ, ਵਪਾਰੀ ਲੋਕ ਆਉਂਦੇ ਹਨ। ਕੋਟ ਮਧੇ ਕੋ ਬਿਰਲਾ ਸੇਵਕ, ਹੋਰ ਸਗਲੇ ਵਿਹਾਰੀ, ਬਾਕੀ ਦੇ ਵਿਹਾਰਾਂ ਦੇ ਬੱਝੇ ਹੋਏ ਆਪਾਂ ਗੁਰੂ ਕੋਲ ਆਉਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸ ਬਚਨ ਵਿੱਚ ਬੜੀ ਡੂੰਗੀ ਰਮਜ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅੰਤਰਜਾਮੀ ਗੁਰੂ ਜੀ ਨੂੰ ਪਤਾ ਸੀ
मेरे आखे ते सिर ओही देगा जेड़ा गुरु दा प्यारा ही होएगा। खिमा करनी जिहदे नाल प्यार ना होवे ਉਹਦੇ ਨਾਲ ਤੇ 4 कदम ਚੱਲਣਾ ਹੀ ਔਖਾ ਹੁੰਦਾ ਹੈ। ਸਿਰ ਕੌਣ ਦਿੰਦਾ ਹੈ? ਵੇਖਿਆ ਨਾ, ਜਦੋਂ ਅੰਦਰ ਪਿਆਰ ਨਾ ਹੋਵੇ ਬੰਦਾ ਇਧਰੋਂ ਆਉਂਦਾ ਹੈ, ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੰਗੋਂ ਦੀ ਲੰਘ ਜਾਂਦਾ ਹੈ। ਜੇ ਪਿਆਰ ਨਾ ਹੋਵੇ ਉਹਨਾਂ ਚਿਰ ਬੰਦਾ ਨਾ ਦਾੜਾ ਰੱਖਦਾ ਹੈ, ਨਾ ਉਨੀ ਦੇਰ ਸਿਰ ਦੇ ਕੇਸ ਰੱਖਦਾ ਹੈ, ਨਾ ਉਨੀ ਦੇਰ ਦਸਤਾਰ ਸਜਾਉਂਦਾ ਹੈ, ਤੇ ਨਾ ਹੀ ਉਨੀ ਦੇਰ ਕੋ ਅੰਮ੍ਰਿਤ ਪਾਨ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਸ ਡੂੰਗੀ ਰਮਜ਼ ਨੂੰ ਕੇਵਲ 80,000 ਵਿੱਚੋਂ ਇੱਕੋ ਸਿੱਖ ਹੀ ਸਮਝ ਸਕਿਆ, ਜਿਹਦਾ ਨਾਮ ਸੀ ਭਾਈ ਦਇਆ ਰਾਮ, ਲਾਹੌਰ ਦਾ ਗੱਭਰੂ। ਇੱਕ ਵਚਨ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀ। ਓਏ ਭਾਈ, ਜੇ ਤੂੰ ਗੁਰੂ ਦੇ ਰਸਤੇ ਤੇ ਚੱਲਣਾ ਚਾਹੁੰਦਾ ਹੈ ਤੇ ਫਿਰ ਇੱਕ ਗੱਲ ਦਾ ਚੇਤਾ ਰੱਖੀ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਫਿਰ ਤੂੰ ਉਹ ਕੰਮ ਕਰੀ ਜੋ ਗੁਰੂ ਜੀ ਕਹਿਣਗੇ। ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਗੁਰੂ ਦੇ ਮਾਰਗ ਤੇ ਚੱਲਦਿਆਂ ਹੋਇਆਂ ਇਹ ਨਹੀਂ ਸੋਚਣਾ ਕਿ ਮੇਰਾ ਮਨ ਕੀ ਕਹਿੰਦਾ ਹੈ। ਮਹਾਰਾਜ ਕਹਿੰਦੇ ਨੇ, ਇਹ ਦੇਖੀ ਮੇਰਾ ਗੁਰੂ ਕੀ ਕਹਿੰਦਾ ਹੈ। ਬਸ ਅਸੀਂ ਇਹੋ ਹੀ ਕਹਿੰਦੇ ਆ ਨਾ ਵੀ ਅੰਮ੍ਰਿਤ ਛਕ ਲਓ, ਤੇ ਸਾਡੇ ਭਾਈ ਕਹਿੰਦੇ ਨੇ, ਸਾਡੇ ਭਰਾ ਕਹਿੰਦੇ ਨੇ ਜੀ ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ, ਮਨ ਨਹੀਂ ਮੰਨਦਾ ਪਾਠ ਕਰਨ, ਮਨ ਨਹੀਂ ਮੰਨਦਾ ਬਾਣੀ ਪੜਨ ਵਾਸਤੇ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮਨ ਦੀ ਸਲਾਹ ਨਹੀਂ ਲੈਣੀ ਵੀ ਮਨਾ ਪਾਠ ਕਰਾਂ ਕਿ ਨਾ ਕਰਾਂ, ਮਨਾ ਗੁਰਦੁਆਰੇ ਜਾਵਾਂ ਕਿ ਨਾ ਜਾਵਾਂ। ਹਜ਼ੂਰ ਕਹਿੰਦੇ ਨੇ ਇਹਦੀ ਸਲਾਹ ਨਹੀਂ ਲੈਣੀ। ਮਹਾਰਾਜ ਕਹਿੰਦੇ ਨੇ, ਇਹਨੂੰ ਹੁਕਮ ਕਰ ਜਪ ਮਨ, ਸਤਨਾਮ ਸਦਾ ਸਤਨਾਮ। ਇਹਨੂੰ ਹੁਕਮ ਕਰ ਵੀ ਚੱਲ ਗੁਰਦੁਆਰੇ, ਇਹਨੂੰ ਹੁਕਮ ਕਰ ਵੀ ਗੁਟਕਾ ਸਾਹਿਬ ਲੈ ਤੇ ਬੈਠ ਕੇ ਪਾਠ ਕਰ, ਇਹਨੂੰ ਹੁਕਮ ਕਰ ਵੀ ਚੱਲ ਗੁਰੂ ਕਾ ਅੰਮ੍ਰਿਤ ਛਕ। ਆ ਤੁਹਾਡਾ ਮੈਨੂੰ ਪਤਾ ਨਹੀਂ, ਜੇ ਕਿਤੇ ਭਾਈ ਦਇਆ ਸਿੰਘ ਜੀ ਆਪਣੇ ਮਨ ਕੋਲੋਂ ਪੁੱਛਦੇ ਵੀ ਮਨਾ ਗੁਰੂ ਜੀ ਸਿਰ ਮੰਗਦੇ ਨੇ, ਉੱਠਾਂ ਕਿ ਨਾ ਉੱਠਾਂ, ਸਟੇਜ ਵੱਲ ਜਾਵਾਂ ਕਿ ਨਾ ਜਾਵਾਂ, ਤੇ ਤੁਹਾਡਾ ਮੈਨੂੰ ਪਤਾ ਨਹੀਂ, ਮੇਰਾ ਮਨ ਕਹਿੰਦਾ ਵੀ ਭਾਈ ਦਇਆ ਸਿੰਘ ਦੇ ਮਨ ਨੇ ਵੀ ਇਹੋ ਕਹਿਣਾ ਸੀ, ਓਏ ਦਇਆ ਰਾਮਾ ਘਰੋਂ ਵਿਸਾਖੀ ਵੇਖਣ ਆਇਆ ਏ, ਗੁਰੂ ਸਿਰ ਵੱਢ ਦੇਗਾ। ਨਾ ਅੱਗੇ ਪਤਾ ਨਾ ਪਿੱਛੇ ਪਤਾ, ਘਰੋਂ ਵਿਸਾਖੀ ਵੇਖਣ ਆਇਆ, ਗੁਰੂ ਸਿਰ ਵੱਢ ਦੇਗਾ। ਘਰੋਂ ਵਿਸਾਖੀ ਦਾ ਮੇਲਾ ਵੇਖਣ ਆਇਆ, ਕੋਈ ਸਿਰ ਦੇ ਨਹੀਂ ਆਇਆ। ਪਰ ਭਾਈ ਦਇਆ ਰਾਮ ਜੀ ਨੇ ਆਪਣੇ ਮਨ ਕੋਲੋਂ ਨਹੀਂ ਪੁੱਛਿਆ ਵੀ ਮਨਾ ਉੱਠਾਂ ਕਿ ਨਾ ਉੱਠਾਂ, ਜਾਵਾਂ ਕਿ ਨਾ ਜਾਵਾਂ। ਇਹ ਨਿਤਨੇਮੀ ਸਨ, ਬਾਣੀ ਪੜਨ ਵਾਲਾ ਸਿੱਖ ਸੀ। ਮਨ ਕੋਲੋਂ ਨਹੀਂ ਪੁੱਛਿਆ, ਅੰਦਰ ਵਸਦੇ ਹੋਏ ਗੁਰੂ ਕੋਲੋਂ ਪੁੱਛਿਆ, ਗੁਰੂ ਜੀ ਹੁਣ ਕੀ ਕਰਨਾ ਚਾਹੀਦਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਫਿਰ ਅੰਦਰੋਂ ਬੋਲੇ, ਐਸਾ ਸਤਿਗੁਰੂ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਭਾਈ ਦਇਆ ਰਾਮ ਜੀ ਸਟੇਜ ਵੱਲ ਨੂੰ ਚਲੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਟੇਜ ਤੇ ਚੜ੍ਹਨ ਦਾ ਇਸ਼ਾਰਾ ਕੀਤਾ ਤੇ ਬੜੀ ਤੇਜ਼ੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਲੈ ਕੇ ਤੰਬੂ ਵਿੱਚ ਚਲੇ ਗਏ। ਦੂਸਰੀ ਵਾਰੀ ਭਾਈ ਧਰਮ ਸਿੰਘ ਜੀ ਉੱਠੇ। ਸਾਧ ਸੰਗਤ, ਬਹੁਤ ਕੁਝ ਇਤਿਹਾਸ ਦੀਆਂ ਪੁਸਤਕਾਂ ਵਿੱਚ ਲਿਖਣ ਨੂੰ ਰਹਿ ਗਿਆ। 8 ਸਾਲ ਪਹਿਲਾਂ ਭਾਈ ਧਰਮ ਸਿੰਘ ਦੇ ਪਿੰਡ ਮੇਰਠ ਦੇ ਕੋਲ ਹਸਤਨਾਪੁਰ ਦਾਸ ਗਿਆ। ਮੇਰਠ ਦੇ ਕੋਲ ਹੀ ਇਹਨਾਂ ਦਾ ਨਗਰ ਹੈ।
ਅੱਜ ਵੀ ਭਾਈ ਧਰਮ ਸਿੰਘ ਦੇ ਖਾਨਦਾਨ ਵਾਲੇ ਚਾਚੇ ਤਾਇਆਂ ਦਾ ਖਾਨਦਾਨ ਜਿਉਂਦਾ ਹੈ। ਤੇ ਉਹ ਬਜ਼ੁਰਗ ਦੱਸਦੇ ਨੇ ਉਹਨਾਂ ਦੀ ਉਮਰ 95 ਸਾਲਾਂ ਦੀ ਹੋਏਗੀ। ਕਹਿੰਦੇ ਗਿਆਨੀ ਜੀ ਸਾਡੀ ਦਾਦੀ ਜੀ ਨੇ ਦੱਸਿਆ ਹੈ ਵੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਸਾਡੇ ਪਿੰਡ ਵੀ ਗੁਰੂ ਜੀ ਦਾ ਹੁਕਮਨਾਮਾ ਆਇਆ ਸੀ। ਸਾਡੇ ਪਿੰਡ ਦੇ 20-25 ਗੱਭਰੂ ਤਿਆਰ ਹੋ ਕੇ ਆਨੰਦਪੁਰ ਸਾਹਿਬ ਵਿਸਾਖੀ ਵੇਖਣ ਚਲੇ ਗਏ। ਵਿਸਾਖੀ ਲੰਘ ਗਈ, 20-25 ਦਿਨ ਬਾਅਦ ਵਿੱਚ ਪਿੰਡ ਦੇ ਸਾਰੇ ਬਜ਼ੁਰਗ, ਪਿੰਡ ਦੇ ਸਾਰੇ ਗੱਭਰੂ ਜਦੋਂ ਆਨੰਦਪੁਰ ਸਾਹਿਬ ਤੋਂ ਵਾਪਸ ਆਏ ਤੇ ਆਪੋ ਆਪਣੇ ਘਰਾਂ ਨੂੰ ਨਹੀਂ ਗਏ। ਸਾਰੇ ਗੱਭਰੂ ਜਿੰਨੇ ਗਏ ਸਨ ਸਾਰੇ ਇਕੱਠੇ ਹੋ ਕੇ ਭਾਈ ਧਰਮ ਸਿੰਘ ਦੇ ਘਰ ਵਿੱਚ ਆ ਗਏ। ਤੇ ਭਾਈ ਧਰਮ ਸਿੰਘ ਜੀ ਦੀ ਮਾਤਾ ਨੇ ਜਦੋਂ ਦੇਖਿਆ ਵੀ ਸਾਡਾ ਪੁੱਤਰ ਇਹਨਾਂ ਦੇ ਨਾਲ ਗਿਆ ਸੀ, ਨਾਲ ਨਹੀਂ ਆਇਆ, ਮੁੰਡੇ ਸਾਰੇ ਇਕੱਠੇ ਹੋ ਕੇ ਸਾਡੇ ਘਰ ਵੱਲ ਨੂੰ ਤੁਰੇ ਆ ਰਹੇ ਨੇ। ਜਦੋਂ ਹਵੇਲੀ ਦਾ ਦਰਵਾਜ਼ਾ ਲੰਘੇ ਤੇ ਭਾਈ ਧਰਮ ਸਿੰਘ ਦੀ ਮਾਤਾ ਹੈਰਾਨ ਹੋ ਕੇ ਪੁੱਛਦੀ ਆ ਅੱਗੋਂ ਜਾ ਕੇ ਦੌੜ ਕੇ, ਮੇਰਾ ਧਰਮਾ ਕਿੱਥੇ ਹੈ? ਅੱਜ ਵੀ ਪਿੰਡਾਂ ਵਿੱਚ ਅੱਧਾ ਨਾਮ ਲੈ ਕੇ ਗੱਭਰੂਆਂ ਨੂੰ ਬੁਲਾਇਆ ਜਾਂਦਾ, ਬੱਚਿਆਂ ਨੂੰ ਬੁਲਾਇਆ ਜਾਂਦਾ। ਵੈਸੇ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਵੀ ਅੱਧਾ ਨਾਮ ਲੈ ਕੇ ਬੁਲਾਉਣਾ ਵਵਰਜਿਤ ਹੈ, ਪਰ ਉਸ ਵੇਲੇ ਦਾ ਵੀ ਇਹ ਰਿਵਾਜ ਸੀ। ਮਾਤਾ ਜੀ ਹੈਰਾਨ ਹੋ ਕੇ ਪੁੱਛਦੇ ਨੇ ਪਿੰਡ ਦੇ ਮੁੰਡਿਆਂ ਨੂੰ ਵੀ ਮੇਰਾ ਧਰਮਾ ਕਿੱਥੇ ਹੈ? ਪਿੰਡ ਦੇ ਗੱਭਰੂ ਕਹਿਣ ਲੱਗੇ, ਮਾਤਾ ਤੇਰਾ ਧਰਮਾ ਧਰਮ ਸਿੰਘ ਬਣ ਗਿਆ। ਬੈਠ ਕੇ ਜਦੋਂ ਸਾਰੀ ਗੱਲ ਸੁਣੀ ਪਿੰਡ ਦੇ ਗੱਭਰੂ ਕਹਿਣ ਲੱਗੇ, ਮਾਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਇੱਕ ਸਿਰ ਮੰਗਿਆ। ਲਾਹੌਰ ਦਾ ਗੱਭਰੂ ਉੱਠਿਆ, ਦੂਜੀ ਵਾਰੀ ਤੁਹਾਡਾ ਪੁੱਤਰ ਧਰਮ ਸਿੰਘ ਉੱਠ ਕੇ ਸਟੇਜ ਵੱਲ ਨੂੰ ਗਿਆ। ਗੁਰੂ ਜੀ ਨੇ ਉਪਰੰਤ 5 ਸਿੱਖਾਂ ਦੇ ਸਿਰ ਲੈ ਕੇ ਵਾਰੀ-ਵਾਰੀ ਉਹਨਾਂ ਨੂੰ ਤੰਬੂ ਵਿੱਚ ਖੜਿਆ, ਉਹਨਾਂ ਦੇ ਸੀਸ ਕੱਟ ਕੇ ਬਾਅਦ ਵਿੱਚ ਉਹਨਾਂ ਨੂੰ ਜੀਵਤ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਆਪਣੇ ਵਾਲੇ ਵਸਤਰ ਸਜਾਏ, ਆਪਣੇ ਵਰਗੇ ਸ਼ਸਤਰ ਸਜਾਏ, ਆਪਣੇ ਵਰਗੀ ਦਸਤਾਰ, ਆਪਣੇ ਵਰਗੇ ਚੱਕਰ, ਤੇ ਸਟੇਜ ਤੇ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਏ ਤੇ ਮਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਇਹ ਮੇਰਾ ਭਾਈ ਦਇਆ ਸਿੰਘ ਹੈ, ਇਹ ਮੇਰਾ ਪਿਆਰਾ ਭਾਈ ਧਰਮ ਸਿੰਘ ਹੈ। ਤੇ ਗੁਰੂ ਜੀ ਨੇ ਕਿਹਾ ਇਹ ਮੇਰੇ 5 ਪਿਆਰੇ ਹਨ। ਤੇ ਉਹ ਬਜ਼ੁਰਗ ਦੱਸਦੇ ਨੇ ਸਾਡੀ ਦਾਦੀ ਜੀ ਨੇ ਦੱਸਿਆ ਵੀ ਮੈਂ ਆਪਣੀ ਦਾਦੀ ਸੱਸ ਕੋਲੋਂ ਸੁਣਿਆ ਹੈ ਵੀ ਸਾਡੇ ਪਿੰਡ ਦੇ ਸਾਰੇ ਜਿੰਨੇ ਸਿੱਖ ਸਨ ਫਿਰ ਭਾਈ ਧਰਮ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਤੇ ਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਫਿਰ ਸ਼੍ਰੀ ਆਨੰਦਪੁਰ ਸਾਹਿਬ ਗਏ। ਤੀਸਰੀ ਵਾਰੀ ਭਾਈ ਮੋਹਕਮ ਸਿੰਘ ਜੀ ਉੱਠੇ। ਸਾਧ ਸੰਗਤ ਅਸੀਂ ਇਤਿਹਾਸ ਵਿੱਚ ਇਹੋ ਪੜ੍ਹਦੇ ਆਏ ਹਾਂ ਵੀ ਭਾਈ ਮੋਹਕਮ ਸਿੰਘ ਜੀ ਦਾ ਜਨਮ ਦਵਾਰਕਾਪੁਰੀ ਵਿੱਚ ਹੋਇਆ, ਗੁਜਰਾਤ ਵਿੱਚ। ਬਾਬਾ ਲੱਖਾ ਸਿੰਘ ਜੀ ਰਾਜਸਥਾਨ ਵਿੱਚ ਕੋਟੇ ਸੇਵਾ ਕਰਾਉਂਦੇ ਨੇ। ਪਿਛਲੇ ਸਾਲ ਉਹਨਾਂ ਨੇ ਭਾਈ ਮੋਹਕਮ ਸਿੰਘ ਜੀ ਦੇ ਜਨਮ ਅਸਥਾਨ ਤੇ ਜਾ ਕੇ ਜਨਮ ਦਿਨ ਮਨਾਇਆ। ਉੱਥੇ ਜਾਣ ਦਾ ਮੌਕਾ ਸਾਨੂੰ ਪ੍ਰਾਪਤ ਹੋਇਆ ਔਰ ਬਹੁਤ ਹੈਰਾਨੀ ਵਾਲੇ ਤੱਥ ਸਾਹਮਣੇ ਆਏ ਜੋ ਕਿਤਾਬਾਂ ਵਿੱਚ ਅਜੇ ਤੱਕ ਜ਼ਿਕਰ ਨਹੀਂ ਸੀ ਆਇਆ। ਉਹਦੀ ਖੋਜ ਹੋਈ। ਕਹਿਣ ਲੱਗੇ ਗਿਆਨੀ ਜੀ ਇੱਕ ਰੇਲਵੇ ਮਹਿਕਮੇ ਦਾ ਅਫਸਰ ਹੈ, ਉਸ ਰੇਲਵੇ ਦੇ ਅਫਸਰ ਸਰਦਾਰ ਨੂੰ ਬਾਬਾ ਲੱਖਾ ਸਿੰਘ ਜੀ ਕਹਿਣ ਲੱਗੇ ਵੀ ਤੂੰ ਪੜ੍ਹਿਆ ਲਿਖਿਆ ਆਦਮੀ ਹੈ ਤੇ ਤੂੰ ਖੋਜ ਕਰ ਵੀ ਭਾਈ ਮੋਹਕਮ ਸਿੰਘ ਜੀ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਾਈਏ, ਇਤਿਹਾਸਕ ਅਸਥਾਨ ਬਣਾਈਏ। 7 ਸਾਲ ਮਿਹਨਤ ਕੀਤੀ, ਕੋਈ ਪਤਾ ਨਹੀਂ ਸੀ ਲੱਗਦਾ ਵੀ ਭਾਈ ਮੋਹਕਮ ਸਿੰਘ ਜੀ ਦਾ ਕਿੱਥੇ ਜਨਮ ਹੋਇਆ। ਕੋਈ ਨਾਮੋ ਨਿਸ਼ਾਨ, ਕੋਈ ਜਦੋਂ ਖੁਰਾ ਖੋਜ ਨਾ ਮਿਲਿਆ ਤੇ ਸਮੁੰਦਰ ਵਿੱਚ ਇੱਕ ਨਗਰੀ ਹੈ
7 किलोमीटर अगे जाके जिन्हों भेड़ द्वारका कहते हैं, जिथे सुदामा ते कृष्ण जी आपो विच मिले सन, वो समुंदर विच 7 किलोमीटर जाके एक टापू पैंदा है। उस टापू विच जिहड़ी नगरी वसी हुई उन्होंने भेड़ द्वारका कहते हैं। तो रेलवे का सरदार अफसर कहता भी जदों मैं भेड़ द्वारका गया, समुंदरी बेड़े ते बैठ के समुंदर के टापू विच गया, ते उस भेड़ द्वारका का सारे माल महकमे का रिकॉर्ड फरोलिया। तो सरदार बजुर्ग कहते ने, बच्चे नूं चुप कराओ एक मिनट। वो रेलवे के सरदार अफसर कहते ने भी जदों असीं माल महकमे का रिकॉर्ड फरोलिया, फिर 300 साल पुराना रिकॉर्ड मिलिया, भाई मोहकम सिंह का रिकॉर्ड मिलिया। उस वेले भेड़ द्वारका समुंदर के टापू विच इक्को ही सिख रहिंदा सी, भाई मोहकम सिंह। कोई उन्हां दा उत्थे मां प्यो नहीं, रब जाने भी किरत मजदूरी करन गया सी जां कारोबार वास्ते गया सी। भाई मोहकम सिंह जी का उस वेले कोई माता पिता नहीं, कोई चाचा ताया नहीं, कोई परिवार नहीं, कोई होर भी परिवार नहीं सी, उत्थे सिख परिवार रहिंदा। केवल भाई मोहकम सिंह उस भेड़ द्वारका समुंदर विच 7 किलोमीटर अगे जाके टापू विच रहिंदा सी। अज भी वो नगरी वसदी है। वेखो गुरु गोबिंद सिंह महाराज का किड्डा नैटवर्क सी। जिथे एक सिख रहिंदा सी, उत्थे भी महाराज का हुक्मनामा पहुंचिया। अज साडे विच इह घाट पई है, साडा आपो विच कोई नैटवर्क नहीं, कोई साडा आपो विच संपर्क नहीं। हिंदुस्तान की एक जथेबंदी है, जे उन्होंने अपना मैसेज अपने आखिरी बंदे तक पहुंचाउणा होवे ते सारे हिंदुस्तान विच उन्हां दा 3 मिनटां विच मैसेज पहुंच जांदा है। ते असीं जे 500 गभरू नूं 1 घंटे विच इकट्ठा करना होवे, साडा कोई नैटवर्क नहीं, साडा कोई जथेबंदक ढांचा नहीं। ये साडे विच कमजोरी आई है। और गुरु गोबिंद सिंह महाराज का एडा नैटवर्क देखो भी एक सिख रहिंदा सी भेड़ द्वारका, उत्थे भी महाराज का हुक्मनामा पहुंचिया। ते जदों भाई मोहकम सिंह गरीब सिखड़ा जदों आनंदपुर साहब नूं तुर लगा, ते फिर अपने घर का मकान अजे भी माल महकमे दे रिकॉर्ड विच रजिस्ट्री है, और भाई मोहकम सिंह दे हस्ताक्षर होए ने, जिहदे ते लिखिया होया सरकारी रिकॉर्ड विच भी मैं अपना मकान नानकशाही नूं भेंट करदा। अपने घर का मकान गुरु नानक साहब के नाम ते रजिस्ट्री करवा के अपने हस्ताक्षर करके आनंदपुर साहब नूं तुरिया भाई मोहकम सिंह। साध संगत अज भी जाके देखा जा सकता है। वो 2 कमरे जिहड़े भाई मोहकम सिंह जी दे सन गरीब सिख दे, अज भी उन्हां कमरियां ते बेरी दे दरख्त दे सतीर पे हुए हैं। मेरा ते महाराज दे हजूर कहना भी उथों उठन नूं चित ना करे, जी ना करे। काफी समा मैं उथे कमरे विच बैठ के गुजारिया, बड़ा आनंद आया। ते बाबा लखा सिंह जी होरां ने वो कमरे नहीं ढाए। उथे एक हिंदू परिवार रहिंदा सी, उन्होंने बाबा लखा सिंह जी ने 3 लाख रुपया नगद दिता ते एक अलीशान घर बना के दिता। ते बाबा लखा सिंह जी कहन लगे भी ये घर गुरु नानक दा है, सानू रिकॉर्ड लभ गया है ते गुरु नानक दे सेवक पहुंच गए ने पे तैनू असी घर बना के दे दिन्ने आ। ते 3 लाख रुपया नगद वो हुण हिंदू परिवार उत्थे चला गया। साध संगत मन विच इहो गल आउंदी है कि जदों भाई मोहकम सिंह गुरु गोबिंद सिंह महाराज दा हुक्मनामा पढ़ के आनंदपुर साहब नूं तुरिया होएगा, तकरीबन 2700-2800 किलोमीटर का पंध मुकाउण वास्ते तुरिया होएगा। उस वेले भाई मोहकम सिंह ने जदों अपने घर का मकान गुरु नानक साहब के नाम ते रजिस्ट्री करके हस्ताक्षर करके अपने घर का दरवाजा बंद करके ताला ला के जदों आनंदपुर साहब नूं तुरिया होएगा, ते इस गरीब सिख ने अपने अंदरों यह अरदास की होएगी, हे गुरु नानक साहब महाराज, मैं ते ये मकान अज तो तेनू भेंट कर दिता है।
ਅੱਜ ਤੋਂ ਇਹ ਘਰ ਤੇਰਾ ਹੈ, ਜਦੋਂ ਤੈਨੂੰ ਫੁਰਸਤ ਮਿਲੇਗੀ ਆਣ ਕੇ ਆਪਣੇ ਘਰ ਦਾ ਦਰਵਾਜ਼ਾ ਖੋਲ ਲਈ। ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, 300 ਸਾਲਾਂ ਬਾਅਦ ਅੱਜ ਗੁਰੂ ਨਾਨਕ ਸਾਹਿਬ ਨੇ ਬਿੱਧ ਬਣਾਈ ਤੇ ਆਪਣੇ ਘਰ ਦਾ ਜਾ ਕੇ ਦਰਵਾਜ਼ਾ ਖੁਲਾ ਲਿਆ। ਅੱਜ ਉੱਥੇ 3 ਮੰਜ਼ਲਾ ਗੁਰਦੁਆਰਾ ਹੈ। ਕਹਿਣ ਤੋਂ ਭਾਵ ਭਾਈ ਮੋਹਕਮ ਸਿੰਘ ਜੀ ਜਿਹੜੇ ਮਨ ਬਣਾ ਕੇ ਤੁਰੇ ਵਜੇ ਹੁਣ ਗੁਰੂ ਨੇ ਯਾਦ ਕੀਤਾ ਤੇ ਹੁਣ ਮੈਂ ਵਾਪਸ ਇੱਥੇ ਨਹੀਂ ਆਉਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੀਸਰੀ ਆਵਾਜ਼ ਤੇ ਭਾਈ ਮੋਹਕਮ ਸਿੰਘ ਜੀ ਨੇ ਆਪਣਾ ਸੀਸ ਭੇਟਾ ਕੀਤਾ। ਭਾਈ ਹਿੰਮਤ ਸਿੰਘ ਜੀ ਨੇ, ਭਾਈ ਸਾਹਿਬ ਸਿੰਘ ਜੀ ਨੇ ਆਪਣੇ ਸੀਸ ਭੇਟਾ ਕੀਤੇ। ਇੱਥੇ ਸਾਡੇ ਜਿਹੜੇ ਬਹੁਤੇ ਪੜ੍ਹੇ ਲਿਖੇ ਬੰਦੇ ਹਨ ਉਹ ਕਹਿਣ ਲੱਗ ਪਏ ਜੀ ਵੇਖੋ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੱਕਰੇ ਚਟਕਾਏ ਸੀ। ਮੈਂ ਇੱਥੇ ਹੋਰ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਕਹਿੰਦੇ ਆ ਨਾ ਤੰਬੂ 'ਚ ਬੱਕਰੇ ਵੱਡੇ ਸੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਬਹਾਦਰ ਕੌਮਾਂ ਦਾ ਜਨਮ ਬਹਾਦਰਾਂ ਦੇ ਖੂਨ ਵਿੱਚੋਂ ਹੁੰਦਾ ਹੈ। ਬਹਾਦਰ ਕੌਮਾਂ ਦਾ ਜਨਮ ਕਦੇ ਭੇਡਾਂ ਬੱਕਰਿਆਂ ਦੇ ਖੂਨ ਵਿੱਚੋਂ ਨਹੀਂ ਹੁੰਦਾ। ਬਹਾਦਰ ਕੌਮਾਂ ਦਾ ਜਨਮ ਬਹਾਦਰਾਂ ਦੇ ਖੂਨ ਵਿੱਚੋਂ ਹੁੰਦਾ ਹੈ। ਦੂਸਰੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਔਰੰਗਜ਼ੇਬ ਨੂੰ ਹੁਕਮਨਾਮਾ ਉਹ ਆਪਣੇ ਜ਼ਫਰਨਾਮਾ ਲਿਖਦੇ ਨੇ ਤੇ ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਓਏ ਔਰੰਗਜ਼ੇਬ ਹਮੂ ਮਰਦ ਬਾਇਦ ਸ਼ਬਦ ਸੁਖਨਵਾਰ। ਔਰੰਗਜ਼ੇਬ ਮਰਦ ਉਹ ਹੁੰਦਾ ਹੈ ਜਿਹੜਾ ਜ਼ਬਾਨ ਦਾ ਪੱਕਾ ਹੋਵੇ, ਨਾ ਸ਼ਿਕਵੇਂ ਦਿਗਰ ਦਰਦਹਾਨੇ ਦਿਗਰ। ਔਰੰਗਜ਼ੇਬ ਮਰਦ ਉਹਨੂੰ ਨਹੀਂ ਕਹਿੰਦੇ ਜਿਹਦੇ ਦਿਲ ਵਿੱਚ ਕੁਝ ਹੋਰ ਹੋਵੇ ਤੇ ਜ਼ਬਾਨ ਤੇ ਕੁਝ ਹੋਰ ਹੋਵੇ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਮਰਦ ਉਹਨੂੰ ਨਹੀਂ ਕਹਿੰਦੇ ਜਿਹਦੇ ਦਿਲ ਵਿੱਚ ਕੁਝ ਹੋਰ ਹੋਵੇ ਤੇ ਜ਼ਬਾਨ ਦੇ ਕੁਝ ਹੋਰ ਹੋਵੇ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਵੇਂ ਇਹ ਕਰ ਸਕਦੇ ਸਨ ਵੀ ਦਿਲ ਵਿੱਚ ਤੇ ਇਹ ਗੱਲ ਸੀ ਮੈਂ ਬੱਕਰੇ ਵੱਢਣੇ ਨੇ ਤੇ ਮੰਗੇ ਸਿਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਰ ਸਕਦੇ ਸਨ ਕਿਤੇ? ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਾਚਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਇਕੱਠ ਵਿੱਚ ਸਿੱਖ ਦਾ ਸਿਰ ਮੰਗਿਆ ਸੀ ਤੇ ਸਿੱਖਾਂ ਦੇ ਸਿਰ ਹੀ ਮਹਾਰਾਜ ਨੇ ਵੱਡੇ ਸਨ। ਭਾਈ ਨੰਦ ਲਾਲ ਜੀ ਕਹਿੰਦੇ ਨੇ ਜਾਂ ਅਗਰ ਹਸਤ ਨਾ ਸਾਰੇ ਕਦਮੇ ਜਾਣਾ ਕੋ। ਜੇ ਗੁਰੂ ਗੋਬਿੰਦ ਸਿੰਘ ਦਾ ਪਿਆਰਾ ਬਣਨਾ ਚਾਹੁੰਦਾ ਹੈ ਤੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਆਪਣੀ ਜਾਨ ਕੁਰਬਾਨ ਕਰ ਦੇ ਤਾਂ ਕਿ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰਾ ਬਣ ਸਕੇ। ਭਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 5 ਪਿਆਰਿਆਂ ਨੂੰ ਸ਼ਸਤਰਾਂ ਨਾਲ ਵਸਤਰਾਂ ਨਾਲ ਸਜਾ ਕੇ ਸਟੇਜ ਤੇ ਲਿਆਏ, 5 ਪਿਆਰਿਆਂ ਦੇ ਅੱਗੇ ਵੀਰ ਆਸਨ ਵਿੱਚ, ਵੀਰ ਆਸਨ ਕਹਿੰਦੇ ਨੇ ਸੱਜਾ ਗੋਡਾ ਧਰਤੀ ਤੇ ਟਿਕਾ ਕੇ ਖੱਬਾ ਗੋਡਾ ਉੱਪਰ। ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ 5 ਪਿਆਰਿਆਂ ਦੇ ਚਰਨਾਂ ਵਿੱਚ ਬੈਠ ਕੇ ਦੋਵੇਂ ਹੱਥ ਜੋੜ ਕੇ 5 ਪਿਆਰਿਆਂ ਦੇ ਮੁਖੜਿਆਂ ਵੱਲ ਦੇਖ ਕੇ ਕੱਲੇ ਕੱਲੇ ਪਿਆਰੇ ਸਾਹਿਬ ਦਾ ਨਾਮ ਲੈ ਕੇ ਓਏ ਭਾਈ ਦਇਆ ਸਿੰਘ, ਓਏ ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ ਜੀ 5 ਪਿਆਰਿਆਂ ਦਾ ਨਾਮ ਲੈ ਕੇ ਤਰਲਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਜਿਸ ਅੰਮ੍ਰਿਤ ਦੀ ਦਾਤ ਤੁਹਾਨੂੰ ਪ੍ਰਾਪਤ ਹੋਈ ਹੈ ਉਹ ਅੰਮ੍ਰਿਤ ਦੀ ਦਾਸ ਇਸ ਦਾਸ ਨੂੰ ਵੀ ਬਖਸ਼ਿਸ਼ ਕਰੋ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਰਲਾ ਲੈ ਕੇ ਕਹਿਣ ਲੱਗੇ ਜਿਮ ਤੁਮ ਹੁਸ਼ਿਆਰ ਤੇ ਸਿੰਘ ਪਏ। ਭਾਈ ਦਇਆ ਸਿੰਘ ਜੀ ਜਿਵੇਂ ਤੁਸੀਂ ਗਿੱਦੜਾਂ ਤੋਂ ਸ਼ੇਰ ਬਣ ਗਏ ਹੋ, ਜਿਮ ਤੁਮ ਹੁਸ਼ਿਆਰ ਤੇ ਸਿੰਘ ਪਏ ਅੰਮ੍ਰਿਤ ਛਕ ਕਰ ਤਿਆਰ ਹੋਇਆ। 3 ਮਮ ਦਾਸ ਪਰ ਕਿਰਪਾ ਕੀਜੈ ਖੈਰ ਪਹੁਲ ਕੀ ਦਾਸ ਕੋ ਦੀਜੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਖੰਡੇ ਬਾਟੇ ਦੀ ਪਹੁਲ ਦੀ ਖੈਰ ਇਹ ਅੰਮ੍ਰਿਤ ਦੀ ਦਾਤ ਦਾਸ ਨੂੰ ਬਖਸ਼ਿਸ਼ ਕਰੋ। ਤੇ ਭਾਈ ਦਇਆ ਸਿੰਘ ਜੀ ਬੜੇ ਮਰਦ ਆਦਮੀ ਸਨ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਬਾਹ ਫੜ ਕੇ ਆਖਿਆ ਪੰਥ ਦੇ ਪੇਸ਼ ਹੋਵੋ। ਅੱਜ ਉੱਥੇ ਨਰੈਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਹਾ ਦਇਆ ਸਿੰਘ ਸਿੰਘ ਬਣਨਾ ਕਠਨ ਹੈ ਹਮ ਸਿੰਘ ਬਣੇ ਸੀਸ ਆਪਣਾ ਕਟਾਏ ਕੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਸਿੰਘ ਬਣਨਾ ਐਡਾ ਸੌਖਾ ਨਹੀਂ ਜਿੱਡਾ ਤੁਸੀਂ ਸਮਝਦੇ ਹੋ। ਮੈਂ ਤੇ ਕਹਿਣਾ ਹੁੰਨਾ ਵੀ ਹੁਣ ਤੇ ਸਿੰਘ ਬਣਨਾ ਬੜਾ ਸੌਖਾ। ਜਿਹੜਾ ਸਿੱਖਾਂ ਦੇ ਘਰ ਵਿੱਚ ਜੰਮ ਪਿਆ ਉਹ ਸਿੰਘ,
ਜਿਹਦਾ ਜਨਮ ਸਿੱਖਾਂ ਦੇ ਘਰ ਵਿੱਚ ਹੋ ਗਿਆ, ਉਹ ਸਿੰਘ ਸਕੂਲ ਵਿੱਚ ਨਾਮ ਦਰਜ ਕਰਵਾਉਣ ਲੱਗਿਆ ਅਸੀਂ ਸਿੰਘ ਸ਼ਬਦ ਲਿਖਵਾ ਦਿੰਦੇ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਕਹਿਣ ਲੱਗਾ, ਮਹਾਰਾਜ ਕਹਾਂ ਦਇਆ ਸਿੰਘ, ਸਿੰਘ ਬਣਨਾ ਕਠਨ ਹੈ, ਹਮ ਸਿੰਘ ਬਣੇ ਸੀਸ ਆਪਣਾ ਕਟਾਏ ਕੈ, ਸਾਨੂੰ ਪੁੱਛ ਕੇ ਦੇਖੋ ਵੀ ਅਸੀਂ ਸਿੰਘ ਕਿਵੇਂ ਬਣੇ। ਪਾਸ਼ੇ ਤੁਮ ਪਹੁਲ ਦਿਆ ਪਹਿਲੇ ਹਮ ਸੀਸ ਦਿਆ। ਮਹਾਰਾਜ ਜੀ ਪਹਿਲਾਂ ਅਸੀਂ ਸਿਰ ਦਿੱਤਾ, ਪਹੁਲ ਤੁਸੀਂ ਬਾਅਦ ਵਿੱਚ ਦਿੱਤੀ। ਹਮ ਪਹੁਲ ਦੇਂਗੇ ਤੋ ਕਿਆ ਦਿਓਗੇ ਗਣਾਏ ਕੇ, ਜੇ ਅਸੀਂ ਤੁਹਾਨੂੰ ਖੰਡੇ ਬਾਟੇ ਦੀ ਪੌਲ ਦਈਏ ਤੇ ਤੁਸੀਂ ਸਾਨੂੰ ਕੀ ਦਿਓਗੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਜੋੜ ਕੇ ਪੰਜ ਪਿਆਰਿਆਂ ਦੇ ਚਰਨਾਂ ਵਿੱਚ ਬੈਠ ਕੇ ਆਖਣ ਲੱਗੇ, ਭਾਈ ਦਇਆ ਸਿੰਘ ਜੀ ਕੀ ਚਾਹੀਦਾ ਹੈ, ਹੁਕਮ ਕਰੋ ਕੀ ਚਾਹੀਦਾ ਹੈ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਸੀਸ ਕੀ ਹੈ ਫੀਸ, ਹੋਈ ਸਿੰਘਣ ਕੀ ਰੀਸ, ਪਾਸ਼ੇ ਆਓ ਇਸ ਗਲੀ ਸੀਸ ਤਲੀ ਪੇ ਟਕਾਏ ਕੈ। ਜੇ ਸਿੰਘ ਬਣਨ ਦੀ ਰੀਸ ਪੈਦਾ ਹੋਈ ਹੈ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨ ਦੀ ਰੀਸ ਪੈਦਾ ਹੋਈ ਹੈ, ਤੇ ਇੱਥੇ ਸੀਸ ਦੀ ਭੇਟਾ ਲੱਗਦੀ ਹੈ। ਪਾਸ਼ੇ ਆਓ ਇਸ ਗਲੀ ਸੀਸ ਤਲੀ ਪੇ ਟਕਾਏ ਕੈ, ਆਪਣਾ ਸਿਰ ਤਲੀ ਤੇ ਰੱਖ ਕੇ ਆਓ ਜੇ ਗੋਬਿੰਦ ਸਿੰਘ ਬਣਨਾ, ਤੇ ਸੀਸ ਆਪਣਾ ਤਲੀ ਤੇ ਟਕਾ ਕੇ ਆਓ ਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਓਏ ਭਾਈ ਦਇਆ ਸਿੰਘ ਤੁਸਾਂ ਇੱਕ ਇੱਕ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਮੈਂ ਤੁਹਾਡੇ ਚਰਨਾਂ 'ਚ ਬੈਠ ਕੇ ਪ੍ਰਣ ਕਰਦਾ ਭਾਈ ਦਇਆ ਸਿੰਘ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ, ਕੋਈ ਸਮਾਂ ਆਏਗਾ ਤੁਹਾਡੇ ਤੋਂ ਸਾਰਾ ਸਰਬੰਸ ਹੀ ਕੁਰਬਾਨ ਕਰ ਦਿਆਂਗਾ। ਸਾਧ ਸੰਗਤ ਉਹ ਕੀਤਾ ਹੋਇਆ ਆਨੰਦਪੁਰ ਦੀ ਪਹਾੜੀ ਤੇ ਜਿਹੜਾ ਪ੍ਰਣ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਨਿਭਾਇਆ। ਮੈਂ ਤੇ ਕਈ ਵਾਰੀ ਕਹਿਣਾ, ਓਏ ਗੁਰੂ ਨਾਨਕ ਦੇ ਸਿੱਖੋ, ਉਹ ਗਰੀਬ ਤੋਂ ਗਰੀਬ ਦੀ ਮਾਂ ਵੀ ਮਰ ਜਾਏ ਉਹਦੇ ਮਗਰ ਵੀ 10 ਬੰਦੇ ਤੁਰ ਜਾਂਦੇ। ਉਹ ਗਰੀਬ ਤੋਂ ਗਰੀਬ ਦਾ ਪੁੱਤ ਮਰ ਜੇ ਉਹਦੇ ਮਗਰ ਵੀ 10 ਬੰਦੇ ਤੁਰ ਜਾਂਦੇ ਨੇ। ਉਹ ਹਿੰਦੁਸਤਾਨ ਦੇ ਬੇਈਮਾਨ ਲੋਕੋ, ਉਹ ਹਿੰਦੁਸਤਾਨ ਦੇ ਇਸ਼ਾਨ ਫਰਾਮੋਸ਼ ਲੋਕੋ, ਮੈਂ ਤਾਂ ਕਹਿੰਦਾ ਹਿੰਦੁਸਤਾਨ ਦੇ ਬੇਈਮਾਨ ਇਸ਼ਾਨ ਫਰਾਮੋਸ਼ ਲੋਕ, ਮੈਂ ਤਾਂ ਕਹਿੰਦਾ ਓਏ ਹਿੰਦੁਸਤਾਨ ਦੇ ਲੋਕੋ, ਗਰੀਬ ਤੋਂ ਗਰੀਬ ਦੀ ਮਾਂ ਮਰ ਜੇ ਉਹਦੇ ਮਗਰ ਵੀ 10 ਬੰਦੇ ਤੁਰ ਜਾਂਦੇ। ਉਹ ਤੁਹਾਡੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਬਜ਼ੁਰਗ 85 ਸਾਲਾਂ ਦੇ ਮਾਂ ਗੁਜ਼ਰੀ ਦਾ ਸੰਸਕਾਰ ਹੋਇਆ, ਛੋਟੇ ਲਾਲਾਂ ਦਾ ਸੰਸਕਾਰ ਹੋਇਆ, ਭਾਈ ਟੋਡਰ ਮੱਲ ਦਾ ਪੰਥ ਰਿਣੀ ਰਹੇਗਾ, ਜਿਨਨੇ 3 ਵਾਰੀ ਸਾਧ ਸੰਗਤ ਸ਼ਮਸ਼ਾਨ ਘਾਟ ਵਿੱਚ, ਜਿੱਥੇ ਅੱਜ ਕੱਲ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੈ, ਭਾਈ ਟੋਡਰ ਮੱਲ ਨੇ ਮਾਂ ਗੁਜ਼ਰੀ ਤੇ ਛੋਟੇ ਲਾਲਾਂ ਨੂੰ ਵਾਰੀ ਵਾਰੀ ਸ਼ਮਸ਼ਾਨ ਘਾਟ ਵਿੱਚ ਖੜਿਆ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਦੇ ਸੰਸਕਾਰ ਵੇਲੇ ਤੇ ਛੋਟੇ ਲਾਲਾਂ ਦੇ ਸੰਸਕਾਰ ਵੇਲੇ ਕੇਵਲ ਇੱਕੋ ਸਿੱਖ ਸੀ, ਭਾਈ ਟੋਡਰ ਮੱਲ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜਿਸ ਨੇ ਵੀ ਖਾਲਸਾ ਪੰਥ ਤੇ ਥੋੜਾ ਜਿਹਾ ਵੀ ਆਸਾਨ ਕੀਤਾ, ਪੰਥ ਨੇ ਉਹਦਾ ਕਰਜ਼ਾ ਨਹੀਂ ਰੱਖਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਦੀ ਧਰਤੀ ਨੂੰ ਤੋਰਿਆ, ਬਹਾਦਰ ਸ਼ਾਹ ਨੂੰ ਜਦੋਂ ਰਾਜ ਤਖਤ ਤੇ ਬਿਠਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਸ਼ਰਤਾਂ ਬਣਾਈਆਂ ਸਨ। ਪਹਿਲੀ ਸ਼ਰਤ ਇਹ ਸੀ, ਸਰਹੰਦ ਦਾ ਸੂਬਾ ਵਜ਼ੀਰ ਖਾਨ ਉਹ ਤੂੰ ਸਾਡੇ ਹਵਾਲੇ ਕਰੇਗਾ। ਬਹਾਦਰ ਸ਼ਾਹ ਮੰਨ ਗਿਆ, ਪਿਛੋਂ ਆਪਣੇ ਕੌਲ ਕਰਾਰ ਤੋਂ ਮੁਕਰ ਗਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਆਪਣੇ ਬਚਨ ਤੋਂ ਮੁਕਰ ਗਿਆ। ਇਸੇ ਕਰਕੇ ਜ਼ਫਰਨਾਮਾ ਪੜ੍ਹ ਕੇ ਦੇਖੋ, ਜ਼ਫਰਨਾਮੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਔਰੰਗਜ਼ੇਬ ਨੂੰ, ਮਹਾਰਾਜ ਕਹਿੰਦੇ ਨੇ ਚੇ ਸ਼ੁੱਧ ਗਰ ਸ਼ਗਾਲੇ ਬਮ ਕਰੇ ਰਿਆ। ਮਹਾਰਾਜ ਕਹਿੰਦੇ ਨੇ ਹਮੀ ਪੁਸ਼ਤ ਦੋ ਬੱਚਾ ਏ ਸ਼ੇਰਾ। ਓਏ ਔਰੰਗਜ਼ੇਬ ਕੀ ਹੋਇਆ ਜੇ ਇੱਕ ਗਿੱਦੜ ਨੇ ਵਲ ਛਲ ਕਰਕੇ ਬੱਬਰ ਸ਼ੇਰ ਦੇ 2 ਬੱਚੇ ਮਾਰ ਦਿੱਤੇ। ਜ਼ਫਰਨਾਮੇ 'ਚ ਮਹਾਰਾਜ ਨੇ ਵੱਡੇ ਲਾਲਾਂ ਦੇ ਸ਼ਹੀਦ ਹੋਣ ਦਾ ਕੋਈ ਅਫਸੋਸ ਨਹੀਂ ਕੀਤਾ। ਉਹ ਲੜ ਕੇ ਸ਼ਹੀਦ ਹੋਏ ਨੇ, ਉਹ ਆਖਰੀ ਦਮਾਂ ਤੱਕ ਲੜ ਕੇ ਸ਼ਹੀਦ ਹੋਏ ਨੇ। ਮਹਾਰਾਜ ਜ਼ਫਰਨਾਮੇ 'ਚ ਕਹਿੰਦੇ ਨੇ ਹਮਾ ਕਿਸ਼ਤ 2 ਬੱਚਾ ਇਹ ਸ਼ੇਰਾ। ਕੀ ਹੋਇਆ ਜੋ ਔਰੰਗਜ਼ੇਬ ਇੱਕ ਗਿੱਦੜ ਨੇ ਵਾਲਸ਼ਲ ਕਰਕੇ ਬੱਬਰ ਸ਼ੇਰ ਦੇ 2 ਬੱਚੇ ਮਾਰ ਦਿੱਤੇ। ਮਹਾਰਾਜ ਕਹਿੰਦੇ ਨੇ ਯਾਦ ਰੱਖ ਔਰੰਗਜ਼ੇਬ, ये शेरे जिया जिंदा मानता हमें
याद रखी बब्बर शेर अजे भी जुदा है जिसे तू 2 बच्चे धोखे ना मार देते ने। ये शेर ज्या जिंदा मानत हमें जे तो इंतकामे सतान हमें। महाराज कहते ने बब्बर शेर तेरे को बदला जरूर लेगा। फिर आखिरी शेर जफरनामे गुरु गोबिंद सिंह महाराज कहते ने तू अज गुरगबारा कीशते अगर जात रख जे तू चलाक बगियाड़ साबित होया है ते महाराज कहते ने नेहल नीम नेजे जेदा में बदर जात रख मैं एक शेर नू तेरे मुकाबले ते बहुत छेती खुला छड़ांगा। महाराज कहते ने याद रखी, महाराज कहते ने तेरे मुकाबले ते एक शेर नू खुला छड़ांगा और बहुत छेती छड़ांगा। महाराज कहते ने चिहा शुद्ध के तू बचगा कुस्ताचार तू। महाराज कहते ने की सोचिया भी मैं 4 बच्चे मार दिते चिहा शुद्ध के चू बचगा कुस्ते 4 के बाकी बीमार अस्त पची दे मार। महाराज कहते याद रख करुंडिया सब अजे भी जिंदा और तेरिया लत्तां नू वलेमा जरूर पाएगा। महाराज कहते चे मर्दी के एदे च की मर्दगिरी है चे मर्दी के आख अगर खमोशा कुणी। महाराज कहते तू सोचा 4 चंगियाड़ियां बुझा के मैं अग बुझा दी। 4 पुत्रां नू गुरु गोबिंद सिंह महाराज ने 4 चंगियाड़ियां लिखिया। महाराज कहते ने तू 4 चंगियाड़ियां बुझा के की सोचा भी अग बुझ गई। महाराज कहते ने याद रखी आतिश दमारा बादौरा कुणी। महाराज कहते याद रखी औरंगजेब मैं तेरे पैरों थले अग दे भांबड़ मचा देंगा। वो बाबा बंदा सिंह बहादुर वाले इशारा सी। हजूर सच्चे पातशाह महाराज कहते ने तू आज नाजो नियामत समर खुरदई याद रख तू न्याजा नाल लाडा नाल ते नियामतां दे फल खा के पलिया है जे जंगे जवाना। महाराज कहते ने तेरा अजे तक जे जंगे जवाना ना बरखुर दई अजे तक तेरा किसे जंगी जोधे नाल मुकाबला नहीं होया। गुरु गोबिंद सिंह महाराज कहते तैयार हो जा मैं एक शेर नू बहुत छेती खुला छड़ांगा। मैं बेनती कर रहा सा जिन्ने जिन्ने भी पंथ ते आसान चाड़िया पंथ ने ओदा आसान रखिया। बंदा सिंह बहादुर नू जदों गुरु गोबिंद सिंह महाराज साहब याद रखो आखिरी दमा तक शहीद होने तक गुरु गोबिंद सिंह महाराज दे अंदरों छोटे लालां दी शहीदी दा रोस नहीं गया। छोटे लालां नू जिहड़ा कोह के शहीद कीता सी गुरु गोबिंद सिंह महाराज दे अंदरों ओ रोस नहीं गया। इसे करके उधरों महाराज ने गुरता गद्दी बख्शिश की। श्री गुरु ग्रंथ साहब महाराज नू 5 पैसे तर के परिक्रमा करके मत्था टेक के आख्या खालसा जी सब सिखण को हुक्म है गुरु मान्यो ग्रंथ। ते उस वेले महाराज ने गुरता गद्दी दे के फिर वो 4 कल्याणा ने चमन जी कहते फिर गुरु गोबिंद सिंह महाराज ने बंदा सिंह वाल बैठे हुए इशारा किया। मेहरा वाले बोले तां मेरा विच आके मेहरा वाले बोले तां मेरा विच आके बंदा ऐसा लभ्या विरागियां चो शान के। बंदा ऐसा लभ्या विरागियां चो शान के आले मेरे तीर ते कमान मेरी सांभ लै गल विच पा लै किरपान मेरी सांभ लै। जा बंदा सिंगा तेनू जा बंदा सिंगा तेनू सरहंद है उड़ीक दी खून नाल लथ पथ कंध है उड़ीक दी कंध है उड़ीक दी। गुरु गोबिंद सिंह महाराज उधरों ज्योति जो समाउन लगे उधरों कहते बंदा सिंह तेनू सरहंद दी खूनी दीवार उड़ीक रही है। साध संगत जदों बाबा बंदा सिंह बहादुर तुर लगे तो गुरु गोबिंद सिंह महाराज कहते ने बंदा सिंह मैं तेनू 2 हदायतां करदा हां सारा पंजाब उड़ीक रहा है तू जाके सारे नू आवाज मारी छोटे लालां दा बदला लैण वास्ते सारा पंजाब उड़ीक रहा है। पर एक गल दा चेता रखी तू जदों मलेरकोट ले जाएगा ध्यान देना मैं समाप्ति करा। बाबा बंदा सिंह बहादुर हजूर कहने लगे जो मलेरकोट ले जाएगा
ਉੱਥੇ ਇੱਕ ਮਰਦ ਰਹਿੰਦਾ ਹੈ, ਨਵਾਬ ਮਲੇਰ ਕੋਟਲੀਆ ਸ਼ੇਰ ਮੁਹੰਮਦ ਖਾਨ। ਹਜ਼ੂਰ ਆਖਣ ਲੱਗੇ ਜਿੰਨੇ ਜਰਵਾਣਿਆਂ ਦੀ ਕਚਹਿਰੀ ਵਿੱਚ ਮਾਸੂਮ ਜਿੰਦਾਂ ਵਾਸਤੇ ਹਾ ਦਾ ਨਾਰਾ ਮਾਰਿਆ ਸੀ, ਹਜ਼ੂਰ ਕਹਿਣ ਲੱਗੋ ਤੇਰੇ ਮੁਕਾਬਲੇ ਤੇ ਲੜਨਗੇ ਵੀ ਸਹੀ ਮਲੇਰ ਕੋਟਲੀ ਨਵਾਬ। ਜੰਗ ਵਿੱਚ ਲੜਨਾ ਯੋਧਿਆਂ ਦਾ ਧਰਮ ਹੁੰਦਾ ਹੈ, ਪਰ ਬੰਦਾ ਸਿੰਘ ਇੱਕ ਗੱਲ ਦਾ ਚੇਤਾ ਰੱਖੀ, ਮਲੇਰ ਕੋਟਲੀਆ ਨਵਾਬ ਉਹਨਾਂ ਦੀ ਹਵੇਲੀ ਦੀ ਇੱਕ ਇੱਟ ਵੀ ਨਹੀਂ ਉਖੜਨੀ ਚਾਹੀਦੀ। ਜਦੋਂ ਸਰਹੰਦ ਜਾਏਗਾ ਭਾਈ ਟੋਡਰ ਮਲ ਦੇ ਮਹੱਲਾਂ ਦੀ ਕਿਤੇ ਇੱਟ ਨਾ ਉਖੇੜ ਦੇ। ਭਾਈ ਟੋਡਰ ਮਲ ਦੇ ਘਰ ਦਾ ਕੋਈ ਨੁਕਸਾਨ ਨਹੀਂ ਕਰਨਾ ਔਰ ਉਹਦੀ ਹਿਫਾਜ਼ਤ ਕਰਨੀ ਹੈ। ਸਾਰੀ ਸਰਹੰਦ ਢਹਿ ਢੇਰੀ ਕਰ ਦਿੱਤੀ, ਇੱਕ ਮਸੀਤਾਂ ਨਹੀਂ ਢਾਈਆਂ, ਅਜੇ ਵੀ ਉਹ ਮਸੀਤ ਹੈ। ਇੱਕ ਭਾਈ ਟੋਡਰ ਮਲ ਦੀ ਹਵੇਲੀ, ਉਹਦਾ ਘਰ ਪੰਥ ਨੇ ਨਹੀਂ ਢਾਇਆ। ਬੰਦਾ ਸਿੰਘ ਬਹਾਦਰ ਨੇ ਅਗਲੇ ਪਾਸੇ ਉੱਥੇ ਪਹਿਰੇ ਦੇ ਸਿੰਘ ਖਿਲਾਰੇ ਵੀ ਕੋਈ ਸਿੰਘ ਨੁਕਸਾਨ ਨਾ ਕਰਦੇ। ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਜ਼ਬਾ ਦਿੱਤਾ, ਖਾਲਸਾ ਪੰਥ ਇੱਕ ਜਜ਼ਬੇ ਦਾ ਨਾਮ ਹੈ। ਜਿਹੜਾ ਜਜ਼ਬਾ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਨੂੰ ਸਾਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ, ਉਹ ਜਜ਼ਬਾ ਅੱਜ ਵੀ ਕਾਇਮ ਹੈ। ਜਿਹਦੇ ਤੇ ਵੀ ਖਾਲਸਾ ਪੰਥ ਦੀ ਜ਼ਿੰਮੇਵਾਰੀ ਪਈ, ਉਸੇ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਮੈਂ ਸਮਾਪਤੀ ਕਰਾਂ। ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜਦੋਂ ਤੁਹਾਡੇ ਵੱਡਿਆਂ ਦੇ ਜ਼ਿੰਮੇਵਾਰੀ ਸੀ, ਕਿਸੇ ਨੇ ਖੋਪੜ ਲਵਾ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ, ਕਿਸੇ ਨੇ ਬੰਦ ਕਟਵਾ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ, ਕਿਸੇ ਨੇ ਚਰਖੜੀਆਂ ਤੇ ਘੁੰਮ ਕੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ। ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਮਾਵਾਂ, ਮਤਾਵਾਂ, ਭੈਣਾਂ, ਵੀਰ, ਛੋਟੇ ਵੱਡੇ, ਭਾਈ ਆਪਣੇ ਬੱਚਿਆਂ ਦੇ ਕੇਸਾਂ ਦੀ ਸੰਭਾਲ ਕਰੀਏ, ਭਤੀਜਿਆਂ ਦੇ ਕੇਸਾਂ ਦੀ ਸੰਭਾਲ ਕਰੀਏ। ਸਿੱਖੀ ਸਰੂਪ ਨੂੰ ਬਚਾਉਣ ਦੀ ਖਾਤਰ ਸਾਨੂੰ ਹਰ ਹੀਲਾ ਕਰਨਾ ਚਾਹੀਦਾ ਹੈ। ਹਰ ਸਿੱਖ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ। ਮੈਂ ਪਿੱਛੇ ਜੇ ਗਵਾਲੀਅਰ ਗਿਆ, ਕਹਿਣ ਲੱਗੇ ਗਿਆਨੀ ਜੀ ਆਹ ਜਿਹੜਾ ਮਹੱਲ ਹੈ ਨਾ, ਇਸ ਮਹੱਲ ਦਾ ਮਾਲਕ ਗੁਰੂ ਨਾਨਕ ਦੇ ਘਰ ਵਿੱਚ ਕੋਈ ਜਾਤ ਪਾਤ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਇਨਸਾਨ ਬਰਾਬਰ ਹੈ। ਪਰ ਉਹਨਾਂ ਨੇ ਜਿਹੜੀ ਗੱਲ ਦੱਸੀ, ਕਹਿਣ ਲੱਗੇ ਜੀ ਆਹ ਜਿਹੜਾ ਮਹੱਲ ਵਾਣਾ, ਇਹ ਇੱਕ ਸੇਠ ਦਾ ਮਹੱਲ ਹੈ, ਤੇ ਉਹ ਸੇਠ ਭਗਤ ਰਵਿਦਾਸ ਜੀ ਦੀ ਬਰਾਦਰੀ ਵਿੱਚੋਂ ਹੈ। ਕਰੋੜਾਂਪਤੀ ਉਹ ਸੇਠ ਹੈ, ਬਹੁਤ ਵੱਡੇ ਚਮੜੇ ਦੇ ਉਹਦੇ ਕਾਰਖਾਨੇ ਨੇ, ਬਹੁਤ ਵੱਡਾ ਮਹੱਲ ਹੈ। ਜਿੰਨੇ ਵੀ ਲੰਘਣਾ ਉਹਨੇ ਪੁੱਛਣਾ ਵੀ ਇਹ ਮਹੱਲ ਕਿਹਦਾ ਹੈ। ਸੁਣਨ ਵਾਲੇ ਨੇ ਕਹਿਣਾ ਜੀ ਇਹ ਸਾਡੇ ਗਵਾਲੀਅਰ ਦਾ ਇੱਕ ਚਮਾਰ ਹੈ, ਉਹਦਾ ਮਹੱਲ ਹੈ। ਰਾਤ ਨੂੰ ਕਰਦਾ ਸੀ ਇਹ ਸੈਰ, ਮਹੱਲ ਵਿੱਚ ਹੁੰਦੀ ਸੀ ਜਗਮਗ। ਕਿਸੇ ਨੇ ਪੁੱਛਿਆ ਵੀ ਇਹ ਮਹੱਲ ਕਿਹਦਾ ਅਲੀਸ਼ਾਨ ਮਹੱਲ ਹੈ। ਦੂਜੇ ਨੇ ਕਿਹਾ ਵੀ ਇਹ ਨਾ ਸਾਡੇ ਪਿੰਡ ਦਾ, ਸਾਡੇ ਗਵਾਲੀਅਰ ਦਾ ਇੱਕ ਚਮਾਰ ਹੈ, ਬਹੁਤ ਅਮੀਰ ਹੈ। ਉਹਨੇ ਅਗਲੇ ਦਿਨ ਕਿਸੇ ਸਿੱਖ ਨਾਲ ਗੱਲ ਕੀਤੀ, ਕਹਿਣ ਲੱਗਾ ਵੀ ਯਾਰ ਲੱਖਾਂ ਪਤੀ ਹੋ ਗਏ, ਕਰੋੜਾਂ ਪਤੀ ਹੋ ਗਏ, ਪਰ ਆਪਣੇ ਕੰਨਾਂ ਦੇ ਨਾਲ ਮੈਂ ਇਹ ਸ਼ਬਦ ਸੁਣਿਆ ਹੈ, ਹੁਣ ਇਹਦਾ ਹੱਲ ਕੀ, ਇਲਾਜ ਕੀ। ਉਹ ਸੀ ਗੁਰੂ ਦਾ ਸਿੱਖ। ਉਹ ਕਹਿਣ ਲੱਗਾ ਇਹਦਾ ਤੇ ਹੱਲ ਇੱਕੋ ਹੀ ਹੈ, ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ। ਜੇ ਤੈਨੂੰ ਇਹ ਸ਼ਬਦ ਚੰਗਾ ਨਹੀਂ ਲੱਗਦਾ, ਜਾ ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਾ। ਜਿਹੜੇ ਲੋਕ ਆਂਦੇ ਨੇ ਇਹ ਚਮਾਰ ਦਾ ਮਹੱਲ ਹੈ, ਜਾ ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਾਜਾ। ਲੋਕ ਆਖਣਗੇ ਇਹ ਸਰਦਾਰ ਜੀ ਦਾ ਮਹੱਲ ਹੈ। ਉਹਨੇ ਇੱਕ ਹਫ਼ਤੇ ਦੇ ਵਿੱਚ ਅੰਮ੍ਰਿਤ ਪਾਨ ਕਰਕੇ ਹੁਣ ਦਸਤਾਰ ਸਜਾਉਂਦਾ ਹੈ, ਦਾੜਾ ਪ੍ਰਕਾਸ਼ ਗਲ ਗਾਤਰੇ ਕਿਰਪਾਨ ਵੱਡੀ, ਉਹਨੇ ਆਪਣੇ ਨਾਮ ਦੀ ਸਿੰਘ ਕਰਕੇ ਨੇਮ ਪਲੇਟ ਲਾਈ। ਹੁਣ ਜਿਹੜਾ ਵੀ ਲੰਘਦਾ ਉਹ ਕਹਿੰਦਾ ਇਹ ਸਰਦਾਰ ਜੀ ਦਾ ਮਹੱਲ ਹੈ। ਇਹ ਸਰਦਾਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖੂਨ ਵਿੱਚੋਂ ਮਿਲੀ ਹੈ। ਇਹ ਸਰਦਾਰੀ ਕਿਤੇ ਸਸਤੇ ਭਾਅ ਨਹੀਂ ਮਿਲੀ। ਆ ਜਿਹੜੇ ਤੁਹਾਡੇ ਪਰਿਵਾਰ ਪਾਕਿਸਤਾਨੋਂ ਆਏ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਸਰਦਾਰੀ ਕਿਵੇਂ ਮਿਲੀ। ਮੈਂ ਤੇ ਕਹਿੰਦਾ ਜਿਵੇਂ ਸਾਡੇ ਅੱਜ ਗੱਭਰੂ ਕੇਸ ਕਟਵਾ ਕੇ ਘੁੰਮ ਰਹੇ ਹਨ, ਜੇ ਕਿਤੇ ਇਸ ਤਰ੍ਹਾਂ ਕਿਤੇ ਕੇਸ ਕਟਵਾ ਕੇ ਦਿਨ ਕੱਟਨੇ ਹੁੰਦੇ, ਕੀ ਲੋੜ ਸੀ ਤੁਹਾਡੇ ਦਾਦਿਆਂ ਨੂੰ ਪੜਦਾਦਿਆਂ ਨੂੰ ਪਾਕਿਸਤਾਨ ਦੀ ਧਰਤੀ ਤੋਂ ਵਗਦੇ ਹੋਏ ਖੂਹ ਛੱਡ ਕੇ ਆਉਣ ਦੀ, ਵਗਦੀਆਂ ਹੋਈਆਂ ਜ਼ਮੀਨਾਂ ਛੱਡ ਕੇ ਆਉਣ ਦੀ, ਘੋੜੀਆਂ ਮੱਝਾਂ ਛੱਡ ਕੇ ਆਉਣ ਦੀ ਕੀ ਲੋੜ ਸੀ। ਜੇ ਕਿਤੇ ਇਸੇ ਤਰ੍ਹਾਂ ਕੇ ਦਿਨ ਕੱਟਨੇ ਹੁੰਦੇ, ਕੋਈ ਲੋੜ ਨਹੀਂ ਸੀ। ਤੁਹਾਡੇ ਵੱਡ ਵਡੇਰੇ ਕੀ ਲੈ ਕੇ ਆਏ? ਕੇਵਲ ਸਿੱਖੀ ਸਰੂਪ ਲੈ ਕੇ ਆਏ।
पाकिस्तान की धरती तो हिंदुस्तान की धरती ते नंगे पैरी आए और खाली हाथ आए और इको चीज लैके आए, धन गुरु गोबिंद सिंह महाराज की सिक्खी। आ पिछले साल की घटना वापरी है, एक गभरू जी का नाम पुष्पिंदर सिंह, पटियाले का रहने वाला, वो ओलंपिक खेडों में पहुंचा और बॉक्सिंग की खेड खेडदा जदों वर्ल्ड चैंपियन की आखिरी कुश्ती तक पहुंचा, जदों वर्ल्ड चैंपियन का फाइनल मुकाबला सी ते वर्ल्ड चैंपियन दे बोर्ड ने शर्त रखी भी पुष्पिंदर सिंह साडे वर्ल्ड चैंपियन की कुश्ती घोलने वास्ते साडे निज़म कहंदे ने तैनूं दाढ़ी कटाउणी पैगी। वो पीटीसी न्यूज़ वालियां वो सारा लाइव दिता सी, वो किवें पुष्पिंदर सिंह 6.25 फुट लंबा मुंडा किवें उन्हें बॉक्सिंग का सारा समान पाया होया उतार दिता ते उतार के कहन लगा, उस दिन ओदी फाइनल कुश्ती सी, समान उतारदा होया कहन लगा, मेरे धन गुरु गोबिंद सिंह महाराज सच्चे पातशाह दाड़ा कटा के वर्ल्ड चैंपियन बनने की आज्ञा नहीं देंगे। मेरे गुरु गोबिंद सिंह महाराज ये आज्ञा कदाचित नहीं करते, वर्ल्ड चैंपियन की कुश्ती ते छड्डी जा सकती, सिक्खी नहीं छड्डी जा सकती। ओदे प्यो तो भी बलहार जाइए, प्यो ओदा सरदार करम सिंह जिन्हें दिल्ली एयरपोर्ट ते जाके पुत्र का हौसला वधाउण वास्ते सजना मित्रां नूं नाल लैके एयरपोर्ट ते जाके अपने पुत्र नूं शीने ना ला के आख्या, पुत्र जे तू वर्ल्ड चैंपियन बन जांदा मेरा 2 करोड़ रुपया खर्च आया तेनू इथों तक पहुंचाउण दा, पर हो सकदा मैनू इन्नी खुशी उदों ना हुंदी जे तू वर्ल्ड चैंपियन बन के आउंदा जिन्नी खुशी मैनू अज होई है। ते उस मां दे भी बलहार जाइए जेड़ी मां ने एयरपोर्ट दे पुत्र दा मत्था चुम के आख्या, मैं तेनू उंगल ना ला के चुक के दुख निवारण साहब गुरुद्वारा गुरु तेग बहादुर साहब जी को लैके जांदी सा। गुरु तेग बहादुर साहब जी ने भाई मती दास की लाज रखी सी, भाई सती दास भाई दयाला जी की सिक्खी की लाज रखी सी। मैं वारे वारे जामा आप गुरु तेग बहादुर साहब तो जिन्हें मेरे पुत्र की सिक्खी की लाज रखी, मेरे दुध की भी लाज रखी। अज इन्हां मावां की घाट है, इन्हां मापियां की घाट है। मैं कहना इसे जज्बे का नाम पंथ है, जिस जज्बे नूं गुरु गोबिंद सिंह महाराज ने 99 की विसाखी वाले दिन पैदा किया, उस जज्बे नूं संभालीए। अज भी यह जज्बा ही बोलदा। आ पढ़िया ना अखबार में सरदार बलवंत सिंह राजोआणा सारी कौम अपना हक लैण वास्ते ये फांसी दे तख्ते केवल सिखां वास्ते। हिंदुस्तान में 2 कानून चलते हैं, बहु गिनती लोगों लई होर साडे वास्ते होर, पर जेड़ा मर्द आदमी अंदर डकिया होया उन्हें संसार दे मीडिया नूं चिट्ठी भेजी, संसार दे मीडिया च खबर आई कि मैनू पटियाले जेल तो चंडीगढ़ लैके जाण दी तैयारियां हो रही ने। और मर्द सूरबीर जिन्हें प्रेस विच आख्या होए बलवंत सिंह ने चंडीगढ़ की जेल पहली बारी नहीं वेखनी, वही चंडीगढ़ की जेल है जिथे मैं 14 साल कट के आया हाँ। चंडीगढ़ लै जाओ, दिल्ली लै जाओ, कलकत्ते लै जाओ, सब जेलों के फांसी के तख्ते इको जे ने, सब जेलों में फांसी के रस्से इको जे ने। बलवंत सिंह नूं कोई फर्क नहीं पैंदा। ये पंथ जज्बे का नाम है, इसे जज्बे का नाम पंथ है। आ दिल्ली में 84 में जो नस्ल कुशी की गई, जेड़ा सिख लभ्या मार दिता गया, 6 महीने बाद विच मैं दिल्ली में किसी प्रोग्राम ते गया, एक डॉक्टर सरदार मैनू अपने घर लै गया, प्रशादा छकण तो बाद कहंदा ज्ञानी जी एक 17 सालां 14 सालां दा बच्चा सी, ओदा नाम जोगा सिंह, ओदे 17 जी गुंडियां ने मार दिते। 17 जी, दादी दादा चाची चाचा ताइयां ताए भूआ ओदियां भैणा छोटे भरा ते इको ही बचिया जोगा सिंह जी दी 14 सालां दी उम्र से, ओदे भी दोवें गुट गुंडियां ने कट दिते, सज्जी लत गोडे तो हेठां कट दिती। पर जदों अफसर आए उन्हां देखिया भी ये अजे जिंदा है, उन्होंने हस्पताल पहुंचाया गया। सरदार डॉक्टर कहंदा मैं ओदा इलाज कर रहा सा, मुंडे नूं होश आ गए ते जदों असी उन्होंने एमरजेंसी विच ओदा इलाज कर रहे सां, पुलिस का एक SP आया, ओदे नाल पुलिस वाले आए ते पुलिस महकमे का SP आखन लगा ओए बच्चे तेरा नाम की? कहंदा मेरा नाम जोगा सिंह है। इसे दा नाम पंथ है, इसे जज्बे का नाम पंथ है। सरदार मुंडा अखां च हंझू लैके कहन लगा ज्ञानी जी दोवें मुंडे दे गुट कट्टे हुए, लत गोडे तो हेठा कट्टी हुई, 17 जी मर गए
ਤੇ ਐਸਪੀ ਕਹਿਣ ਲੱਗਾ ਤੈਨੂੰ ਪਤਾ ਵੀ ਤੇਰੇ 17 ਜੀ ਮਰ ਗਏ ਨੇ? ਕਹਿਣ ਲੱਗਾ ਸਰ ਜੀ, ਪੜਦਾ ਸੀ ਮੁੰਡਾ, ਪੜਨ ਵਾਲੇ ਮੁੰਡਿਆਂ ਦੀ ਜ਼ੁਬਾਨ ਤੇ ਸਰ ਜੀ ਚੜਿਆ ਹੁੰਦਾ, ਸਰ ਜੀ ਮੈਨੂੰ ਪਤਾ ਹੈ ਮੇਰੇ 17 ਜੀ ਮਾਰੇ ਗਏ ਹਨ। ਉਹ ਐਸਪੀ ਕਹਿਣ ਲੱਗਾ ਜੋਗਾ ਸਿੰਘ ਪੁੱਤਰ, ਜੇ ਤੁਹਾਡੇ 2 ਸਰਦਾਰ ਇੰਦਰਾ ਨੂੰ ਨਾ ਮਾਰਦੇ, ਅੱਜ ਤੇਰੇ 17 ਜੀ ਨਾ ਮਰਦੇ ਤੇ 14 ਸਾਲਾਂ ਦਾ ਬੱਚਾ ਕਹਿਣ ਲੱਗਾ ਸਰ ਜੀ ਉਹਨੇ ਸਾਡੇ ਹਰਮੰਦਰ ਨੂੰ ਗੋਲੀਆਂ ਮਾਰੀਆਂ ਸਨ, ਉਹਨੂੰ ਤੇ ਆਪਾਂ ਮਾਰਨਾ ਹੀ ਮਾਰਨਾ। ਆਪਣੇ ਗੁੱਟ ਕੱਟੇ ਹੋਏ, ਆਪਣੀ ਲੱਤ ਕੱਟੀ ਹੋਈ, 17 ਜੀ ਮਰ ਗਏ ਤੇ 14 ਸਾਲਾਂ ਦਾ ਬੱਚਾ ਕਹਿਣ ਲੱਗਾ ਸਰ ਜੀ ਉਸ ਇੰਦਰਾ ਨੇ ਸਾਡੇ ਹਰਮੰਦਰ ਨੂੰ ਗੋਲੀਆਂ ਮਾਰੀਆਂ ਸਨ, ਉਹਨੂੰ ਤੇ ਆਪਾਂ ਮਾਰਨਾ ਹੀ ਮਾਰਨਾ ਸੀ। ਇਸੇ ਜਜ਼ਬੇ ਦਾ ਨਾਮ ਪੰਥ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਜ਼ਬਾ ਪੈਦਾ ਕੀਤਾ ਸੀ। 1.25 लाख से एक लड़ाऊं तबे गोबिंद सिंह नाम कहाऊं, 10 लाख फौज इधर 40 भुखे पाने। गुरु गोबिंद सिंह महाराज दे उस विरासत नूं संभालण दी लोड़ है। धन गुरु ग्रंथ साहिब महाराज दा कोटान कोट शुकर। सारे अपने वीरां दा धन्नवाद, गुरु की संगत दा धन्नवाद। पहली बार इस नगर विच आए हां, सबब ये बने में भाई हरविंदर सिंह जी होरां ने कल टैलीफोन ते हुक्म लाया सी। ये साडे बड़े प्यारे मित्र हैं, कई सालों तो साडा आपो विच सच्चे पातशाह ने सबब बनाया है मेल जोल दा। वाहिगुरु कृपा करे तुहाडे दीदार करन दा सबब बनिया। फतेह बुलाओ जी सारे आखो वाहिगुरु जी का खालसा। बोले सो निहाल।